ਤੇ ਕੀ ਲੱਗਦਾ ਇਹ ਸਾਰੇ ਫੈਸਲੇ ਇੱਕੋ ਦਮ ਐਕਸ਼ਨ ਦੇ ਵਿੱਚ ਕਿੱਦਾਂ ਹੈ ਸਰਕਾਰ ਹੁਣ? ਸਿੱਧੂ ਦਾ ਦਬਾਅ ਹੈ। ਸਮਝੌਤੇ ਹੋਣ, ਅੱਗਿਓਂ ਵੀ ਹੋਣ, ਪਰ ਉਹ ਇੰਨੇ ਲੰਮੇ 25 ਸਾਲਾਂ ਦੇ ਨਾ ਹੋਣ ਕਿ ਬਿਜਲੀ ਦੀ ਵਰਤੋਂ ਲੋਕਾਂ ਦੇ ਵੱਸੋਂ ਬਾਹਰ ਹੋ ਜਾਏ। ਪੰਜਾਬ 'ਚ ਬਿਜਲੀ ਦਾ ਮੁੱਲ ਅਸਮਾਨ ਜਿੰਨਾ ਉੱਚਾ ਹੋ ਗਿਆ। ਇਹ ਜਿਹੜਾ 300 ਯੂਨਿਟ ਆ ਅਰਬਨ ਵਾਸਤੇ, ਇੱਥੇ ਵੀ ਸਰਕਾਰ ਜਲਦੀ ਫੈਸਲਾ ਲਏਗੀ। ਗਰਾਊਂਡ ਜ਼ੀਰੋ ਕੀ ਹੁੰਦੀ ਹੈ? ਨਵਾਂ ਸ਼ਬਦ ਆ ਗਿਆ ਅੱਜ ਕੱਲ੍ਹ, ਗਰਾਊਂਡ ਜ਼ੀਰੋ। ਅਸੀਂ ਤਾਂ ਜੰਮੇ ਹੀ ਗਰਾਊਂਡ ਜ਼ੀਰੋ ਤੇ ਆ। ਸਾਡਾ ਕਿਸਾਨ ਹੈ ਜਿਹੜਾ, ਉਹ ਤਾਂ ਬੈਠਾ ਹੀ ਗਰਾਊਂਡ ਜ਼ੀਰੋ ਤੇ ਆ। ਧਰਤੀ ਦੇ ਉੱਤੇ ਆ, ਉਹ ਤਾਂ ਧਰਤੀ ਦੇ ਹੇਠਾਂ ਖੂਹ ਪੱਟ ਕੇ ਪਾਣੀ ਕੱਢਦਾ। ਸਿੱਧੂ ਦੇ ਟਵੀਟਾਂ ਨੇ ਔਰ ਆਮ ਆਦਮੀ ਪਾਰਟੀ ਦੀ ਬਿਜਲੀ ਗਰੰਟੀ ਨੇ ਔਰ ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਨੇ, ਭਗਵੰਤ ਮਾਨ ਨੇ ਵੀ ਬਿਜਲੀ ਸਮਝੌਤਿਆਂ ਤੇ ਅੰਦੋਲਨ ਕੀਤਾ। ਇਹਨਾਂ ਸਾਰਿਆਂ ਦੀ ਮਿਲੀ ਜੁਲੀ ਕਾਮਯਾਬੀ ਹੈ ਜੇ ਸਮਝੌਤੇ ਰੱਦ ਹੁੰਦੇ ਨੇ। ਅੱਜ ਮੈਂ ਹੈਰਾਨ ਆਂਗਾ ਕਿ ਅਕਾਲੀ ਦਲ ਜਿਹੜਾ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਆ, ਜੋ ਪ੍ਰਦਰਸ਼ਨ ਕਰ ਰਹੇ ਨੇ, ਜਿਨ੍ਹਾਂ ਦੇ ਆਪਦੇ ਉੱਤੇ ਦੋਸ਼ ਆ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲਾਈਵ ਕਪੜ ਛਾਣ ਦਾ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਪੰਜਾਬ ਦੇ ਸਿਆਸੀ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ। ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਚਰਚਾਵਾਂ ਦੇ ਵਿੱਚ ਰਹਿਣ ਵਾਲੇ ਮਸਲਿਆਂ ਦੇ ਵਿੱਚੋਂ ਇੱਕ ਵੱਡਾ ਮਸਲਾ ਸੀ ਕਿ ਬਿਜਲੀ ਸਮਝੌਤਿਆਂ ਨੂੰ ਰੱਦ ਕੀਤਾ ਜਾਵੇ। ਇਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ। ਇਸ ਐਕਸ਼ਨ ਦੇ ਪਿੱਛੇ ਦਬਾਅ ਕਿਸ ਦਾ ਸੀ, ਉਸ ਦੇ ਉੱਤੇ ਵੀ ਚਰਚਾ ਇਸ ਦੇ ਪ੍ਰੋਗਰਾਮ ਦੇ ਵਿੱਚ ਰਹੇਗੀ। ਤੇ ਨਾਲ ਹੀ ਚਰਚਾ ਇੱਕ ਅਜਿਹੀ ਰਿਪੋਰਟ ਦੇ ਬਾਰੇ ਵੀ ਕਰਾਂਗੇ ਜੋ ਰਿਪੋਰਟ ਕਾਫੀ ਚਰਚਾਵਾਂ ਦੇ ਵਿੱਚ ਹੈ, ਜਿਸ ਦੇ ਵਿੱਚ ਬਹੁਤ ਵੱਡੀਆਂ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ। ਉਧਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਇਹ ਵੀ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਨੇ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚੇ ਨੇ ਤੇ ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰਨਗੇ ਤੇ 18 ਨਿਕਾਤੀ ਏਜੰਡੇ ਦੇ ਉੱਤੇ ਇੱਕ ਵਾਰ ਫਿਰ ਤੋਂ ਚਰਚਾ ਹੋ ਰਹੀ ਹੈ। ਇਸ ਦੇ ਉੱਤੇ ਵੀ ਚਰਚਾ ਜਿਹੜੀ ਪ੍ਰੋਗਰਾਮ ਦੇ ਵਿੱਚ ਰਹੇਗੀ। ਤੇ ਨਾਲ ਹੀ ਪ੍ਰਾਈਵੇਟ ਬੱਸਾਂ ਦੇ ਉੱਤੇ ਜਿਹੜੀਆਂ ਪਰਮਿਟ ਤੋਂ ਬਿਨਾਂ ਚੱਲਦੀਆਂ ਉਹਨਾਂ ਦੇ ਉੱਤੇ ਵੀ ਜਲਦ ਪੰਜਾਬ ਸਰਕਾਰ ਐਕਸ਼ਨ ਲੈਣ ਜਾ ਰਹੀ ਹੈ। ਇਸ ਦੇ ਉੱਤੇ ਵੀ ਜਿਹੜੀ ਗੱਲਬਾਤ ਪ੍ਰੋਗਰਾਮ ਦੇ ਦਰਮਿਆਨ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਾਂਗੇ। ਡੱਲਾ ਜੀ, ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਕਹਿੰਦੇ ਕਿ ਪਹਿਲੀ ਵਾਰ ਦਿੱਲੀ ਦੌਰੇ ਦੇ ਉੱਤੇ ਗਏ ਨੇ ਤੇ ਹਾਈ ਕਮਾਨ ਦੇ ਨਾਲ ਬੈਠਕ ਹੋਣ ਜਾ ਰਹੀ ਹੈ। ਜਿਹੜੀ ਬੀਤੀ ਸ਼ਾਮ ਚਰਚਾਵਾਂ ਸੀ ਕਿ ਉੱਥੇ ਗਏ ਨੇ। ਕੀ ਕੁਝ ਬੈਠਕ ਦੇ ਵਿੱਚ ਚਰਚਾ ਹੋਏਗੀ? ਕਿਉਂਕਿ 18 ਦੇ ਵਿੱਚੋਂ 5 ਨੁਕਤੇ ਤਾਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਚਿੱਠੀ ਦੇ ਜ਼ਰੀਏ ਸਾਹਮਣੇ ਰੱਖ ਕੇ। ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਚਲੇ ਗਏ ਨੇ ਔਰ ਅੱਜ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਹੋਣਗੀਆਂ। ਕੱਲ ਵੀ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਦੀ ਸੋਨੀਆ ਗਾਂਧੀ, ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਦੇ ਜਿਹੜੇ ਕੁਝ ਖਾਸ ਰਣਨੀਤੀਕਾਰ ਨੇ ਉਹਨਾਂ ਦੇ ਨਾਲ ਮੀਟਿੰਗਾਂ ਹੋਈਆਂ ਨੇ। ਇਹ ਉਹੀ ਰਣਨੀਤੀਕਾਰ ਨੇ ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਉਸ ਵੇਲੇ ਦਿੱਲੀ ਜਾ ਕੇ ਮਿਲੇ ਸੀ, ਜਦੋਂ ਮੀਡੀਆ ਦਾ ਇੱਕ ਵੱਡਾ ਹਿੱਸਾ ਕਹਿੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਨਾਲ ਰਾਹੁਲ ਗਾਂਧੀ ਨੇ ਮੁਲਾਕਾਤ ਨਹੀਂ ਕੀਤੀ ਤੇ ਨਵਜੋਤ ਸਿੰਘ ਸਿੱਧੂ ਉੱਥੇ ਲਾਪਤਾ ਹੋ ਗਏ। ਉਸ ਦਿਨ ਵੀ ਨਵਜੋਤ ਸਿੰਘ ਸਿੱਧੂ ਰਣਨੀਤੀਕਾਰਾਂ ਦੇ ਨਾਲ ਮੀਟਿੰਗਾਂ ਕਰ ਰਹੇ ਸੀ ਔਰ ਕੱਲ ਵੀ ਨਵਜੋਤ ਸਿੰਘ ਸਿੱਧੂ ਨੇ ਸ਼ਾਮ ਨੂੰ ਇਹਨਾਂ ਰਣਨੀਤੀਕਾਰਾਂ ਨਾਲ ਮੀਟਿੰਗਾਂ ਕੀਤੀਆਂ, ਅੱਜ ਵੀ ਕੀਤੀਆਂ। ਅੱਜ ਸਿੱਧੂ ਪ੍ਰਿਯੰਕਾ ਗਾਂਧੀ ਨੂੰ ਮਿਲ ਸਕਦੇ ਨੇ, ਰਾਹੁਲ ਗਾਂਧੀ ਨੂੰ ਮਿਲ ਸਕਦੇ ਨੇ, ਸੋਨੀਆ ਗਾਂਧੀ ਨੂੰ ਮਿਲ ਸਕਦੇ ਨੇ। ਔਰ ਜੋ ਕੁਝ ਫੀਡਬੈਕ ਹੈ ਪ੍ਰਧਾਨ ਬਣਨ ਤੋਂ ਬਾਅਦ, ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਵੱਖ-ਵੱਖ ਸੈੱਲਾਂ ਨਾਲ, ਵੱਖ-ਵੱਖ ਵਿੰਗਾਂ ਨਾਲ, ਕਾਰਜਕਾਰੀ ਪ੍ਰਧਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਕਿਵੇਂ ਕਾਂਗਰਸ ਨੂੰ ਪੰਜਾਬ 'ਚ ਮਜ਼ਬੂਤ ਕਰਨਾ ਹੈ, ਕਿਵੇਂ ਕਾਂਗਰਸ ਦਾ ਜਿਹੜਾ ਢਾਂਚਾ ਹੈ ਉਹਨੂੰ ਖੜਾ ਕਰਨਾ ਹੈ, ਇਹ ਸਾਰੇ ਵਿਸ਼ਿਆਂ ਦੇ ਉੱਤੇ ਗੱਲਾਂ ਕਰਨੀਆਂ ਨੇ। ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ 18 ਨੁਕਾਤੀ ਪ੍ਰੋਗਰਾਮ ਹੈ ਜਿਹੜਾ ਗਗਨ ਜੀ ਕਾਂਗਰਸ ਦਾ, ਉਹ 18 ਨੁਕਾਤੀ ਪ੍ਰੋਗਰਾਮ ਹੁਣ ਹਰ ਹਾਲਤ ਦੇ ਵਿੱਚ ਲਾਗੂ ਕਰਾਇਆ ਜਾਣਾ ਹੈ। ਹਾਈ ਕਮਾਨ ਨੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਸੀ, ਉਸ 3 ਮੈਂਬਰੀ ਕਮੇਟੀ ਨੇ ਇਹ 18 ਸੂਤਰੀ ਏਜੰਡਾ ਬਣਾਇਆ ਸੀ ਜਿਹਦੇ ਵਿੱਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਔਰ ਸੋਨੀਆ ਗਾਂਧੀ ਦੀ ਸਹਿਮਤੀ ਸੀ। ਹੁਣ 2 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਆਪਣੇ 5 ਕਾਰਜਕਾਰੀ ਪ੍ਰਧਾਨਾਂ ਨੂੰ ਨਾਲ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਆਏ ਨੇ। ਇਹ ਸਾਰਾ ਏਜੰਡਾ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ 5 ਪ੍ਰੋਗਰਾਮਾਂ ਦੇ ਰੂਪ 'ਚ ਦੇ ਕੇ ਆਏ ਨੇ ਕਿ ਹਰ ਹਾਲਤ 'ਚ ਅਸੀਂ ਸ਼ੁਰੂਆਤ ਇਹਨਾਂ 5 ਚੀਜ਼ਾਂ ਤੋਂ ਕਰੀਏ। ਉਹਦੇ ਵਿੱਚ ਸਾਨੂੰ ਪਤਾ ਹੈ ਬੇਅਦਬੀ ਦੇ ਮਸਲੇ ਨੇ, ਉਹਦੇ ਵਿੱਚ ਬਿਜਲੀ ਸਮਝੌਤੇ ਰੱਦ ਕਰਨ ਦੇ ਮਸਲੇ ਨੇ, ਉਹਦੇ ਵਿੱਚ ਮੁਲਾਜ਼ਮਾਂ ਦੇ ਮਸਲੇ ਨੇ, ਸਾਨੂੰ ਪਤਾ ਉਹਦੇ ਵਿੱਚ ਨਸ਼ੇ ਦੇ ਮਸਲੇ ਨੇ। ਇਹ ਸਾਰੇ ਮਸਲੇ, ਬਿਜਲੀ ਸਮਝੌਤੇ ਰੱਦ ਕਰਨ ਦੇ ਮਸਲੇ ਨੇ, ਇਹ ਸਾਰੇ ਮਸਲੇ ਨੇ ਜਿਹੜੇ ਪਹਿਲ ਹੈ, ਜਿਹੜੇ ਹਰ ਹਾਲਤ ਦੇ ਵਿੱਚ 5 ਮਸਲੇ ਖਤਮ ਕੀਤੇ ਜਾਣੇ ਚਾਹੀਦੇ ਨੇ। ਕਿਸਾਨ ਕਰਜ਼ਾ ਮਾਫੀ ਔਰ ਕਿਸਾਨ ਅੰਦੋਲਨ ਨਾਲ ਜੁੜੇ ਮਸਲੇ ਵੀ ਇਹਦੇ ਵਿੱਚ ਨੇ ਕਿ ਜਿਹੜੀਆਂ ਸੋਧਾਂ ਕਰਕੇ ਜਿਹੜੇ
3 ਖੇਤੀ ਕਾਨੂੰਨ ਸੀ ਉਹਨਾਂ ਦੇ ਵਿੱਚ ਸੋਧਾਂ ਕਰਕੇ ਜਿਹੜਾ ਰੱਦ ਕੀਤਾ ਗਿਆ ਹੈ। ਵਿਧਾਨ ਸਭਾ ਦੇ ਵਿੱਚ ਕੁਝ ਅਜਿਹਾ ਏਜੰਡਾ ਲਿਆਇਆ ਜਾਵੇ ਕਿ ਅਸੀਂ ਅਜਿਹਾ ਕਾਨੂੰਨ ਬਣਾਈਏ ਕਿ ਉਹ ਲਾਗੂ ਹੀ ਨਾ ਹੋ ਸਕਣ। ਇਸ ਤਰੀਕੇ ਦੀ ਗੱਲ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ। ਦੇਖੋ, ਇੱਕ ਵਾਰੀ ਅਗਰ ਵਿਧਾਨ ਸਭਾ ਕੋਈ ਅਜਿਹਾ ਕਾਨੂੰਨ ਬਣਾ ਦੇਵੇ, ਬਾਅਦ ਦੇ ਵਿੱਚ ਭਾਵੇਂ ਉਹ ਸੁਪਰੀਮ ਕੋਰਟ 'ਚ ਚੈਲੰਜ ਹੋਵੇ, ਉਹਨੂੰ 5 ਸਾਲ ਲੱਗਣ, 10 ਸਾਲ ਲੱਗਣ, 20 ਸਾਲ ਲੱਗਣ। ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਵੀ ਦੇਖੋ ਅਦਾਲਤਾਂ ਦੇ ਵਿੱਚ ਹੀ ਹੈ ਨਾ। ਸੋ ਤਦ ਤੱਕ ਕੋਈ ਹੋਰ ਨਵੀਂ ਵਿਉਂਤਬੰਦੀ ਨਿਕਲ ਸਕਦੀ ਹੈ, ਕੋਈ ਹੋਰ ਹੱਲ ਨਿਕਲ ਸਕਦਾ ਹੈ। ਠੀਕ ਇਸੇ ਤਰ੍ਹਾਂ ਗਗਨ ਬਿਜਲੀ ਸਮਝੌਤਿਆਂ ਦੀ ਗੱਲ ਹੈ। ਬਿਜਲੀ ਸਮਝੌਤੇ ਰੱਦ ਕਰ ਦਿੱਤੇ ਜਾਣੇ ਚਾਹੀਦੇ ਨੇ। ਉਹ ਸਮਝੌਤਿਆਂ ਦੀ ਫਿਰ ਜਾਂਚ ਹੋਊਗੀ। ਅਕਾਲੀ ਸਰਕਾਰ ਨੇ ਉਹ ਸਮਝੌਤੇ ਕਿਵੇਂ ਕੀਤੇ, ਕੀ ਉਹਨਾਂ 'ਚ ਕੋਈ ਕਰਪਸ਼ਨ ਤਾਂ ਨਹੀਂ ਹੋਈ, ਇੰਨੇ ਮਹਿੰਗੇ ਕਿਉਂ ਕੀਤੇ ਗਏ। ਠੀਕ ਹੈ, ਸਮਝੌਤਿਆਂ ਦੀ ਜ਼ਰੂਰਤ ਸੀ, ਕੇਂਦਰ ਸਰਕਾਰ ਦੀ ਵੀ ਪਾਲਿਸੀ ਸੀ ਸਮਝੌਤੇ ਹੋਣ, ਅੱਗਿਓਂ ਵੀ ਹੋਣ, ਪਰ ਉਹ ਇੰਨੇ ਲੰਮੇ 25-25 ਸਾਲਾਂ ਦੇ ਨਾ ਹੋਣ ਕਿ ਬਿਜਲੀ ਦੀ ਵਰਤੋਂ ਲੋਕਾਂ ਦੇ ਵੱਸੋਂ ਬਾਹਰ ਹੋ ਜਾਏ। ਪੰਜਾਬ 'ਚ ਬਿਜਲੀ ਦਾ ਮੁੱਲ ਅਸਮਾਨ ਜਿੰਨਾ ਉੱਚਾ ਹੋ ਗਿਆ। ਇਸ ਕਰਕੇ ਇੱਕ ਵਾਰੀ ਉਹ ਸਮਝੌਤੇ ਰੱਦ ਹੋਣ ਦੀ ਦਿਸ਼ਾ 'ਚ ਕੰਮ ਤੁਰਿਆ। ਕੈਪਟਨ ਅਮਰਿੰਦਰ ਦੀ ਕੱਲ ਜਿਹੜੀ ਇੱਕ ਬਿਆਨ ਆਇਆ, ਪ੍ਰੈਸ ਨੋਟ ਆਇਆ, ਔਰ ਸਿੱਧੂ ਉਹਨਾਂ ਨੇ ਲਗਾਤਾਰ ਦਬਾਅ ਬਣਾਇਆ ਸੀ। ਸਭ ਤੋਂ ਪਹਿਲਾਂ ਟਵੀਟ ਹੀ ਸਿੱਧੂ ਨੇ ਸ਼ੁਰੂ ਕੀਤੇ ਸੀ। ਹਾਲਾਂਕਿ ਆਮ ਆਦਮੀ ਪਾਰਟੀ ਵੀ ਲੰਮੇ ਸਮੇਂ ਤੋਂ ਇਹ ਗੱਲ ਕਰਦੀ ਰਹੀ ਹੈ ਕਿ ਬਿਜਲੀ ਸਮਝੌਤੇ ਰੱਦ ਕੀਤੇ ਜਾਣ, ਪਰ ਜਦੋਂ ਘਰ ਦਾ ਵੱਡਾ ਤਾਕਤਵਰ ਬੰਦਾ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਵੇ ਸੂਬੇ ਦਾ, ਉਹ ਲਿਖ ਕੇ ਦੇ ਕੇ ਆਵੇ ਕਾਰਜਕਾਰੀ ਪ੍ਰਧਾਨਾਂ ਦੇ ਨਾਲ ਕਿ ਅਸੀਂ ਇਹਨੂੰ ਰੱਦ ਕਰਨਾ ਚਾਹੁੰਦੇ ਹਾਂ, ਤੇ ਨਿਸ਼ਚਿਤ ਤੌਰ ਤੇ ਉਹਦਾ ਅਸਰ ਹੋਇਆ ਔਰ ਹੁਣ ਗੱਲ ਬਾਹਰ ਆਈ ਹੈ। ਸੋ ਨਵਜੋਤ ਸਿੰਘ ਸਿੱਧੂ ਦੀ ਟੀਮ ਨੇ ਇੱਕ ਸ਼ੁਰੂਆਤੀ ਕਾਮਯਾਬੀ ਜ਼ਰੂਰ ਅਰਜ ਕੀਤੀ ਹੈ। ਬਾਕੀ ਦੇਖਦੇ ਹਾਂ ਅੱਗੇ ਕੀ ਹਾਸਲ ਕਰਦੇ ਨੇ। ਅਗਰ ਬਿਜਲੀ ਸਮਝੌਤੇ ਰੱਦ ਕੀਤੇ ਜਾਂਦੇ ਨੇ ਤੇ ਭਾਵੇਂ ਉਹ ਬਿਜਲੀ ਸਮਝੌਤੇ ਰੱਦ ਕਰਨ ਦਾ ਕੰਪਨੀਆਂ ਹਾਈ ਕੋਰਟ 'ਚ ਚਲੀਆਂ ਜਾਣ, ਸੁਪਰੀਮ ਕੋਰਟ 'ਚ ਚਲੀਆਂ ਜਾਣ, ਲੇਕਿਨ ਜਦੋਂ ਹਾਈ ਕੋਰਟ ਸੁਪਰੀਮ ਕੋਰਟ 'ਚ ਜਾਣਗੀਆਂ ਉਹਦੇ ਨਾਲ ਕਈ ਗੱਲਾਂ ਸਾਫ਼ ਹੋਣਗੀਆਂ, ਕਈ ਗੱਲਾਂ ਤੋਂ ਪਰਦਾ ਉੱਠੂਗਾ। ਕਿਤੇ ਕਰਪਸ਼ਨ ਤਾਂ ਨਹੀਂ ਹੋਈ, ਕਿਤੇ ਰਿਸ਼ਵਤਾਂ ਤਾਂ ਨਹੀਂ ਦਿੱਤੀਆਂ ਗਈਆਂ, ਕੀ ਇਹਨਾਂ ਨੂੰ ਹੁਣ ਇਹਨਾਂ 'ਚ ਸੋਧ ਕੀਤੀ ਜਾ ਸਕਦੀ ਹੈ, ਕੀ ਕੋਈ ਪਾਰਲੀਮੈਂਟ 'ਚ ਨਵਾਂ ਕਾਨੂੰਨ ਲਿਆ ਜਾ ਸਕਦਾ ਹੈ, ਕੀ ਵਿਧਾਨ ਸਭਾ ਦਾ ਕੋਈ ਕਾਨੂੰਨ ਸਾਨੂੰ ਬਚਾ ਸਕਦਾ ਹੈ ਅਜਿਹੇ ਸਮਝੌਤਿਆਂ ਤੋਂ। ਸੋ ਜਦੋਂ ਅਦਾਲਤਾਂ 'ਚ ਜਾਵਾਂਗੇ ਤੇ ਫਿਰ ਅਦਾਲਤਾਂ 'ਚ ਜਾਵਾਂਗੇ, ਕਿਉਂਕਿ ਇਹਨਾਂ ਕੰਪਨੀਆਂ ਦੀ ਜ਼ਿੰਮੇਵਾਰੀ ਸੀ ਅਗਰ ਬਿਜਲੀ ਕਮੀ ਸੀ ਤੇ ਇਹ ਪੂਰੀਆਂ ਕਰਦੀਆਂ ਕਈ ਕੰਪਨੀਆਂ, ਉਹ ਜਿਹੜੀਆਂ ਇਹਨਾਂ ਨੇ ਨਹੀਂ ਕੀਤੀਆਂ। ਔਰ ਅੱਜ ਵੀ ਗਗਨ, ਕੱਲ ਵੀ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਤੇ ਜੰਮ ਕੇ ਬਿਆਨ ਆਏ ਨੇ। ਹਰਪਾਲ ਚੀਮਾ ਦਾ ਬਿਆਨ ਆਇਆ, ਦਲਜੀਤ ਚੀਮਾ ਦਾ ਬਿਆਨ ਆਇਆ, ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਬਿਆਨ ਆਏ ਨੇ ਵੱਖ-ਵੱਖ ਮਸਲਿਆਂ ਦੇ ਉੱਤੇ, ਰਾਜਕੁਮਾਰ ਵੇਰਕਾ ਦਾ ਬਿਆਨ ਆਇਆ ਵੱਖ-ਵੱਖ ਮਸਲਿਆਂ ਦੇ ਉੱਤੇ। ਮੈਂ ਚਾਹੂੰਗਾ ਕਿ ਇੱਕ ਵਾਰੀ ਪੋਲੀਟੀਕਲ ਬਿਆਨ ਤੁਸੀਂ ਸੁਣਾਓ ਜ਼ਰੂਰ। ਬਈ ਇਹ ਬਹੁਤ ਪਹਿਲੇ ਦੀ ਰਿਪੋਰਟ ਹੈ ਔਰ ਜਿਹਨੂੰ ਕਿ ਪੰਜਾਬ ਸਰਕਾਰ ਪਹਿਲੇ ਹੀ ਖਾਰਜ ਕਰ ਚੁੱਕੀ ਹੈ। ਮੁੱਖ ਮੰਤਰੀ ਇਸ ਗੱਲ ਤੇ ਆਪਣਾ ਸਟੈਂਡ ਪਹਿਲੇ ਕਲੀਅਰ ਕਰ ਚੁੱਕਿਆ ਹੈ ਕਿ ਕਿਸਾਨਾਂ ਦੀ ਸਬਸਿਡੀ ਲਗਾਤਾਰ ਜਾਰੀ ਰਹੇਗੀ, ਕਿਸਾਨਾਂ ਨੂੰ ਫ੍ਰੀ ਬਿਜਲੀ, ਫ੍ਰੀ ਪਾਣੀ ਲਗਾਤਾਰ ਜਾਰੀ ਰਹੇਗਾ, ਦਲਿਤਾਂ ਨੂੰ ਫ੍ਰੀ ਬਿਜਲੀ ਲਗਾਤਾਰ ਜਾਰੀ ਰਹੇਗੀ। ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਕੱਟ ਨਹੀਂ ਲਗਾਇਆ ਜਾਏਗਾ। ਔਰ ਦੂਸਰੀ ਮੈਂ ਗੱਲ ਕਹਾਂ ਭਈ ਇਸ ਤੋਂ ਇਲਾਵਾ ਹੋਰ ਰਿਲੀਫ ਦੇਣ ਵਾਸਤੇ ਵੀ ਪੰਜਾਬ ਸਰਕਾਰ ਯਤਨ ਕਰ ਰਹੀ ਹੈ। ਇਹ ਜਿਹੜਾ 300 ਯੂਨਿਟ ਆ ਅਰਬਨ ਵਾਸਤੇ, ਇੱਥੇ ਵੀ ਸਰਕਾਰ ਜਲਦੀ ਫੈਸਲਾ ਲਏਗੀ। ਔਰ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਇਹ ਦਲਿਤਾਂ ਨੂੰ, ਕਿਸਾਨਾਂ ਨੂੰ ਤੇ ਲੋਕਾਂ ਨੂੰ ਇਹ ਬਿਜਲੀ ਜਿਹੜੀ ਮੁਫਤ ਹੈ ਉਹ ਜਾਰੀ ਰਹੇਗੀ। ਅੱਜ 1550 ਕਰੋੜ ਰੁਪਏ ਲਗਭਗ ਦਲਿਤ ਵਿਦਿਆਰਥੀਆਂ ਦਾ ਗਵਰਨਮੈਂਟ ਦੇ ਖਿਲਾਫ ਖੜਾ ਗਿਆ, ਪੰਜਾਬ ਗਵਰਨਮੈਂਟ ਦੇ ਖਿਲਾਫ, ਸੈਂਟਰ ਗਵਰਨਮੈਂਟ ਦੇ ਖਿਲਾਫ ਖੜਾ ਗਿਆ। ਸੋ ਮੈਂ ਸਮਝਦਾ ਇਹ ਚਾਹੇ ਅਕਾਲੀ ਦਲ ਆ, ਚਾਹੇ ਬੀਜੇਪੀ ਆ, ਚਾਹੇ ਕਾਂਗਰਸ ਪਾਰਟੀ ਆ, ਤਿੰਨੇ ਜਿਹੜੀਆਂ ਪਾਰਟੀਆਂ ਨੇ ਵੱਡੀਆਂ, ਇਹ ਲਗਾਤਾਰ ਦਲਿਤਾਂ ਦੇ ਨਾਲ ਧੋਖਾ ਕਰ ਰਹੀਆਂ ਨੇਗੀਆਂ। ਦਲਿਤਾਂ ਦੇ ਬੱਚਿਆਂ ਦੀ ਜਿਹੜੀ ਆ ਪੜ੍ਹਾਈ ਖਾ ਰਹੀਆਂ ਨੇਗੀਆਂ, ਉਹਨਾਂ ਦੇ ਹਿੱਸੇ ਦੀ ਜਿਹੜੀ ਆ ਐਜੂਕੇਸ਼ਨ ਖਾ ਰਹੀਆਂ ਨੇਗੀਆਂ, ਉਹਨਾਂ ਦੇ ਹਿੱਸੇ ਦਾ ਜਿਹੜਾ ਬਣਦਾ ਸਕਾਲਰਸ਼ਿਪ ਆ ਉਹ ਖਾ ਰਹੀਆਂ ਨੇਗੀਆਂ। ਸੋ ਇਹ ਸਾਰੇ ਹਮਾਮ ਚ ਲੰਗੇ ਨੇਗੇ, ਚਾਹੇ ਅਕਾਲੀ ਦਲ ਆਗਾ, ਚਾਹੇ ਬੀਜੇਪੀ ਆ, ਚਾਹੇ ਕਾਂਗਰਸ ਪਾਰਟੀ ਆ। ਅੱਜ ਮੈਂ ਹੈਰਾਨ ਆਗਾ ਕਿ ਅਕਾਲੀ ਦਲ ਜਿਹੜਾ 900 ਚੂਹੇ ਖਾ ਕੇ ਬਿੱਲੀ ਹਜ ਨੂੰ ਚਲੀ ਆ, ਜੋ ਪ੍ਰਦਰਸ਼ਨ ਕਰ ਰਹੇ ਨੇ, ਜਿਨ੍ਹਾਂ ਦੇ ਉੱਤੇ ਆਪਦੇ ਉੱਤੇ ਦੋਸ਼ ਆ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਜਿਹੜਾ ਹੈਗਾ ਦਲਿਤ ਵਿਦਿਆਰਥੀਆਂ ਨਾਲ ਧੋਖਾ ਕੀਤਾ, ਉਹਨਾਂ ਦਾ ਪੈਸਾ ਖਾਧਾ। ਸੋ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਤੁਰੰਤ ਸਾਧੂ ਸਿੰਘ ਧਰਮਸੋਤ ਨੂੰ ਅਸਤੀਫਾ ਦੇਵੇ, ਤੁਰੰਤ ਉਹਦੇ ਖਿਲਾਫ FIR ਦਰਜ ਹੋਵੇ, ਤੁਰੰਤ ਉਹਨੂੰ ਜੇਲ੍ਹ ਭੇਜਣਾ ਚਾਹੀਦਾ, ਕਿਉਂਕਿ ਜਿਹੜੀ ਦੇਸ਼ ਦੀ CBI ਆ ਉਹਨੇ ਜਾਂਚ ਸ਼ੁਰੂ ਕੀਤੀ ਆ। ਬੜਾ ਸਪਸ਼ਟ ਹੈ ਕਿ ਬਹੁਤ ਵੱਡਾ ਸਕੈਮ ਇੱਕ ਇਸ ਜਿਹੜੀ ਆ ਸਕਾਲਰਸ਼ਿਪ ਸਕੀਮ ਦੇ ਵਿੱਚ ਹੋਇਆਗਾ। ਬਿਲਕੁਲ ਸੋ ਡੱਲਾ ਸਾਹਿਬ, ਸਿਆਸੀ ਪ੍ਰਤੀਕਿਰਿਆ ਵੀ ਆਪਾਂ ਵੱਖ-ਵੱਖ ਮਸਲਿਆਂ ਦੇ ਉੱਤੇ ਸੁਣ ਲਈਆਂ ਨੇ ਤੇ ਹੁਣ ਵਧਾਂਗੇ ਮੌਂਟੇਕ ਆਲੂਵਾਲੀਆ ਦੇ ਵੱਲੋਂ ਜਿਹੜੀ ਰਿਪੋਰਟ ਦੇ ਵਿੱਚ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ। ਪੰਜਾਬ ਦੇ ਵਿੱਚ ਜਿਹੜੇ ਘਾਟੇ ਦੇ ਵਿੱਚ ਜਾ ਰਹੇ ਸਰਕਾਰੀ ਅਦਾਰੇ ਨੇ, ਕਹਿੰਦੇ ਜਾਂ ਤਾਂ ਇਹਨਾਂ ਨੂੰ ਬੰਦ ਕਰ ਲਓ ਜਾਂ ਇਹਨਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਦੇ ਦਿਓ ਤਾਂ ਜੋ ਇਹਨਾਂ ਨੂੰ ਪ੍ਰੋਫਿਟ ਦੇ ਵਿੱਚ ਲਿਆਂਦਾ ਜਾਵੇ, ਸ਼ਰਾਬ ਦੇ ਉੱਤੇ ਟੈਕਸ ਵਧਾ ਦਿੱਤਾ ਜਾਵੇ
ਤੇ ਹੋਰ ਕਈ ਤਰ੍ਹਾਂ ਦੀਆਂ ਸਿਫਾਰਿਸ਼ਾਂ ਨੇ। ਕਿਸਾਨਾਂ ਦੀ ਸਬਸਿਡੀ ਬੰਦ ਕਰਨ ਨੂੰ ਲੈ ਕੇ ਵੀ ਚਰਚਾਵਾਂ ਨੇ। ਖਰੀਦ ਜਿਹੜੀ ਕਣਕ ਦੀ ਜਾਂ ਜੀਰੀ ਦੀ ਸਿੱਧੇ ਤੌਰ ਦੇ ਉੱਤੇ FCI ਦੇ ਹੱਥ ਦੇ ਵਿੱਚ ਦੇ ਦੇਣ ਦੀਆਂ ਸਿਫਾਰਿਸ਼ਾਂ ਨੇ। ਇਹ ਸਾਰੀਆਂ ਸਿਫਾਰਿਸ਼ਾਂ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਪੰਜਾਬ ਦੇ ਪੱਖ ਤੋਂ ਇਹ ਚੀਜ਼ਾਂ ਕਿਵੇਂ ਕਿ ਸਹੀ ਨੇ? ਦੇਖੋ, ਪਹਿਲਾਂ ਤਾਂ ਮਨਟੇਕ ਸਿੰਘ ਆਹਲੂਵਾਲੀਆ ਹੁਣੀ ਬੜੇ ਸਿਆਣੇ ਜਿਹੜੇ ਨੇ ਆਗੂ ਨੇ। ਭਾਰਤ ਦੇ ਯੋਜਨਾ ਕਮਿਸ਼ਨ ਦੇ ਵੀ ਵਾਈਸ ਚੇਅਰਮੈਨ ਰਹੇ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ। ਪਰ ਮੈਂ ਮਨਟੇਕ ਸਿੰਘ ਆਹਲੂਵਾਲੀਆ ਦੀਆਂ ਇਹਨਾਂ ਗੱਲਾਂ ਦੇ ਨਾਲ ਜ਼ਿਆਦਾ ਸਹਿਮਤ ਨਹੀਂ ਹਾਂ। ਮੈਂ ਵੀ ਪੱਤਰਕਾਰਤਾ ਦੀ ਪੜ੍ਹਾਈ ਕੀਤੀ ਹੈ। ਜ਼ਮੀਨ ਕੀ ਹੈ, ਹਕੀਕਤ ਕੀ ਹੈ, ਗਰਾਊਂਡ ਜ਼ੀਰੋ ਕੀ ਹੁੰਦੀ ਹੈ। ਨਵਾਂ ਸ਼ਬਦ ਆ ਗਿਆ ਅੱਜ ਕੱਲ੍ਹ, ਗਰਾਊਂਡ ਜ਼ੀਰੋ। ਅਸੀਂ ਤਾਂ ਜੰਮੇ ਹੀ ਗਰਾਊਂਡ ਜ਼ੀਰੋ ਤੇ ਹਾਂ। ਸਾਡਾ ਕਿਸਾਨ ਹੈ ਜਿਹੜਾ, ਉਹ ਤਾਂ ਬੈਠਾ ਹੀ ਗਰਾਊਂਡ ਜ਼ੀਰੋ ਤੇ ਆ, ਧਰਤੀ ਦੇ ਉੱਤੇ ਆ, ਉਹ ਤਾਂ ਧਰਤੀ ਦੇ ਹੇਠਾਂ ਖੂਹ ਪੱਟ ਕੇ ਪਾਣੀ ਕੱਢਦਾ। ਇਸ ਕਰਕੇ ਮਨਟੇਕ ਸਿੰਘ ਆਹਲੂਵਾਲੀਆ ਨੂੰ ਮੈਨੂੰ ਲੱਗਦਾ ਜ਼ਮੀਨੀ ਤਜਰਬੇ ਦੀ ਘਾਟ ਹੈ। ਮਹੀਨਾ ਕੁ 15-20 ਦਿਨ ਮਹੀਨਾ ਕੁ ਮਨਟੇਕ ਸਿੰਘ ਆਹਲੂਵਾਲੀਆ ਨੂੰ ਕੁੜਤਾ ਪਜਾਮਾ ਪਾ ਕੇ ਜੀਰੀ ਵਾਲੇ ਖੇਤ 'ਚ ਰਹਿਣਾ ਚਾਹੀਦਾ। ਉਹਨਾਂ ਨੂੰ 7-8 ਦਿਨ, 10 ਦਿਨ, 15 ਦਿਨ ਕੁੜਤੇ ਪਜਾਮੇ 2 ਸੈੱਟ ਲੈ ਦਿਓ ਉਹਨਾਂ ਨੂੰ, ਵਧੀਆ ਜੀਰੀ ਉੱਥੇ ਲਾਉਣ, ਸਵੇਰੇ ਸ਼ਾਮ ਮੋਟਰ ਵਾਲੇ ਕਮਰੇ 'ਚ ਰਹਿਣ, ਫਿਰ ਵੇਖਣ। ਤੇ ਫਿਰ ਜਦੋਂ ਝੋਨਾ ਪੂਰਾ ਪੱਕ ਨਹੀਂ ਜਾਂਦਾ, ਫਿਰ ਉਹਨਾਂ ਨੂੰ ਕਹੋ ਲੈ ਕੇ ਚਲੋ ਟਰਾਲੀ 'ਚ ਮੰਡੀ ਤੇ ਆਪਾਂ ਵੇਚ ਕੇ ਆਈਏ। ਤਾਂ 5-6 ਮਹੀਨੇ ਜ਼ਮੀਨ ਤੇ ਰਿਸਰਚ ਮਨਟੇਕ ਸਿੰਘ ਆਹਲੂਵਾਲੀਆ ਸਾਹਿਬ ਤੋਂ ਕਰਾਈਏ ਅਸੀਂ। ਕਹਿੰਦੇ ਜੇ ਸ਼ਰਾਬ ਤੇ ਟੈਕਸ ਵਧਾ ਦਿਓ, ਦੱਸੋ ਟੈਕਸ ਕਿਸੇ ਚੀਜ਼ ਦਾ ਹੱਲ ਹੈ? ਮਨਟੇਕ ਸਿੰਘ ਜੀ ਇਹ ਕਹੋ, ਖੋਜ ਇਹ ਕਰੋ ਵੀ ਮਾਫੀਏ ਤੋਂ ਸ਼ਰਾਬ ਬਚਾਈਏ। ਸ਼ਰਾਬ ਕਾਨੂੰਨੀ ਤਰੀਕੇ ਨਾਲ ਵਿਕੇ, ਮਾਲੀਆ ਆਪਣੇ ਆਪ ਵੱਧ ਜਾਣਾ। ਤੁਸੀਂ ਕਹਿੰਦੇ ਹੋ ਟੈਕਸ ਵਧਾਓ। ਟੈਕਸ ਚੋਰੀ ਤੋਂ ਤਾਂ ਦੁਖੀ ਹਾਂ ਅਸੀਂ। ਟੈਕਸ ਚੋਰਾਂ ਨੇ ਤਾਂ ਖਜ਼ਾਨੇ ਨੂੰ ਨੁਕਸਾਨ ਕੀਤਾ। ਫਿਰ ਕਹਿੰਦੇ ਜਿਹੜੇ ਅਦਾਰੇ ਨਹੀਂ ਚੱਲਦੇ, ਪੈਪਸੂ ਵਰਗੇ ਜਾਂ ਰੋਡਵੇਜ਼, ਪਨਬਸ ਵਰਗੇ ਜਿਹੜੇ ਵੀ ਕਹੇ ਆ, ਕਹਿੰਦੇ ਪ੍ਰਾਈਵੇਟ ਹੱਥਾਂ 'ਚ ਦੇ ਦਿਓ, ਨਿੱਜੀਕਰਨ ਕਰ ਦਿਓ। ਨਾਲ ਉਹਦਾ ਕੀ ਫਾਇਦਾ ਜੀ? ਫਿਰ ਤਾਂ ਸਰਕਾਰ ਹੀ ਪ੍ਰਾਈਵੇਟ ਹੱਥਾਂ 'ਚ ਦੇ ਦਿਓ। ਫਿਰ ਤਾਂ ਤੁਸੀਂ ਕਹੋ ਕੇਂਦਰ ਦੀ ਸਰਕਾਰ ਵੀ, ਪੰਜਾਬ ਵਾਲੀ ਸਰਕਾਰ ਵੀ ਕਿਸੇ ਸਿਆਣੇ ਜਿਹੇ ਉਦਯੋਗਪਤੀ ਨੂੰ ਦੇ ਦਿਓ। ਇਹ ਕੋਈ ਹੱਲ ਨਹੀਂ ਹੁੰਦਾ। ਸੋ ਐਡੇ ਸਿਆਣੇ ਸਾਡੇ ਇਹ ਅਰਥ ਸ਼ਾਸਤਰੀ ਨੇ, ਤੇ ਇਹੋ ਜਿਹੀ ਗੱਲ ਇਹਨਾਂ ਤੋਂ ਉਮੀਦ ਨਹੀਂ ਕਰ ਸਕਦੇ। ਦੇਖੋ, ਕਈ ਚੀਜ਼ਾਂ ਨੇ ਜਿਹੜੀਆਂ ਕਾਗਜ਼ਾਂ 'ਚ ਬੜੀਆਂ ਚੰਗੀਆਂ ਲੱਗਦੀਆਂ, ਜਦੋਂ ਉਹ ਕਾਗਜ਼ਾਂ 'ਚ ਸਮਝਾਉਣਗੇ ਨਾ ਬੜੀ ਚੰਗੀ ਲੱਗੂਗੀ। ਪਰ ਦੁਨੀਆ 'ਚ ਹਰ ਕੰਮ ਕਾਗਜ਼ਾਂ ਤੇ ਨਹੀਂ ਹੁੰਦਾ। ਇਮਤਿਹਾਨ ਕਾਗਜ਼ਾਂ 'ਚ ਜਦੋਂ ਅਸੀਂ ਪਾਸ ਕਰ ਲੈਂਦੇ ਹਾਂ, ਉਸ ਤੋਂ ਬਾਅਦ ਕਾਗਜ਼ ਕੰਮ ਨਹੀਂ ਆਉਂਦੇ। ਉਸ ਤੋਂ ਬਾਅਦ ਹੱਥੀ ਤਜਰਬਾ, ਦਿਮਾਗ, ਹੁਨਰ ਕੰਮ ਆਉਂਦਾ। ਇਸ ਕਰਕੇ ਪ੍ਰੈਕਟੀਕਲ ਹੋ ਕੇ ਸੋਚਣ ਦੀ ਜ਼ਰੂਰਤ ਹੈ। ਇਹਨਾਂ ਅਦਾਰਿਆਂ ਨੂੰ ਕਾਮਯਾਬ ਕਿਵੇਂ ਕੀਤਾ ਜਾਵੇ, ਮਾਫੀਏ ਤੋਂ ਇਹਨਾਂ ਨੂੰ ਕਿਵੇਂ ਬਚਾਇਆ ਜਾਵੇ, ਪ੍ਰਾਈਵੇਟ ਸੈਕਟਰ ਦੇ ਨਾਲ ਮੁਕਾਬਲੇ 'ਚ ਇਹਨਾਂ ਨੂੰ ਤਕੜਾ ਕਿਵੇਂ ਕੀਤਾ ਜਾਵੇ। ਪੰਜਾਬ 'ਚ ਬੱਸਾਂ 'ਚ, ਸਰਕਾਰੀ ਬੱਸਾਂ ਤਾਂ ਖੜ੍ਹਦੀਆਂ ਹੀ ਨਹੀਂ ਬੱਸ ਅੱਡਿਆਂ 'ਚ, ਪ੍ਰਾਈਵੇਟ ਜ਼ਿਆਦਾ ਖੜ੍ਹਦੀਆਂ। ਸਰਕਾਰੀ ਵਾਲਿਆਂ ਨੂੰ ਤਾਂ ਟਾਈਮ ਹੀ ਨਹੀਂ ਲੱਗਦਾ। ਪੋਲੀਟੀਕਲ ਸਿਸਟਮ ਨੂੰ ਦਰੁਸਤ ਕਰੋ ਮਨਟੇਕ ਸਿੰਘ ਆਹਲੂਵਾਲੀਆ ਜੀ। ਮਰਜ ਕਰਨ ਨਾਲ, ਨਿੱਜੀਕਰਨ ਕਰਨ ਨਾਲ ਕੁਝ ਨਹੀਂ ਹੋਣਾ। ਸਾਡੇ ਮੁਲਾਜ਼ਮ ਸਰਕਾਰੀ ਕਿੱਡੀਆਂ ਮਿਹਨਤਾਂ ਕਰਦੇ ਨੇ, ਪ੍ਰਾਈਵੇਟ ਵੀ ਮਿਹਨਤਾਂ ਕਰਦੇ ਨੇ। ਪਰ ਪ੍ਰਾਈਵੇਟ ਅਦਾਰਿਆਂ ਨੂੰ ਵੱਧ ਸਮਾਂ ਕਿਉਂ ਦਿੱਤਾ ਜਾਂਦਾ ਬੱਸ ਸਟੈਂਡ 'ਚ? ਸਰਕਾਰੀ ਨੂੰ ਵੀ ਬਰਾਬਰ ਮਿਲੇ। ਫਿਰ ਪ੍ਰਾਈਵੇਟ ਵਾਲੀਆਂ ਬੱਸਾਂ ਬਾਹਰੋਂ ਸਵਾਰੀਆਂ ਕਿਵੇਂ ਭਰਦੀਆਂ ਨੇ? ਕੀ ਸਾਡੀ ਪੁਲਿਸ ਫੇਲ ਹੈ? ਨਾ, ਪੁਲਿਸ ਨਹੀਂ ਫੇਲ। ਸਾਡੀ ਪੁਲਿਸ ਮਜਬੂਰ ਹੈ ਲੀਡਰਾਂ ਦੇ ਹੱਥੋਂ, ਉਹ ਵੀ ਕਰਪਟ ਲੀਡਰਾਂ ਦੇ ਹੱਥੋਂ। ਪੁਲਿਸ ਦੇ ਇਮਾਨਦਾਰ ਅਫਸਰ, ਪੜ੍ਹ ਲਿਖ ਕੇ ਇਮਾਨਦਾਰ ਅਫਸਰ ਨੇ ਜਿਹੜੇ, ਉਹ ਕਰਪਟ ਲੀਡਰਾਂ ਦੇ ਸ਼ਿਕਾਰ ਹੋਏ ਪਏ ਨੇ। ਉਹਨਾਂ ਦੀ ਗੱਲ ਮੰਨਣੀ ਪੈਂਦੀ ਆ ਵੀ ਨਹੀਂ ਤਾਂ ਬਦਲੀ ਕਰ ਦਿਓ ਸ਼ਾਮ ਨੂੰ ਜੀ ਮੈਨੂੰ। ਉਹ ਤੂੰ ਕਹਿ ਕੇ ਬੋਲਦੇ ਨੇ ਇੰਸਪੈਕਟਰ ਨੂੰ ਤੇ SHO ਨੂੰ। ਕਈ ਲੀਡਰ ਮੈਂ ਗਗਨ ਜੀ ਏਦਾਂ ਦੇ ਦੇਖੇ ਨੇ, ਸਾਡੇ ਬੜੇ ਸਤਿਕਾਰਯੋਗ ਨੇ, ਇੰਸਪੈਕਟਰ, ਥਾਣੇਦਾਰ, SHO, ਉਹਨਾਂ ਨੂੰ ਤੂੰ ਤੜਾਕ ਕਰਕੇ ਬੋਲਦੇ ਨੇ। ਇਹ ਲੀਡਰਾਂ ਦੀ ਭਾਸ਼ਾ ਹੈ। ਤੇ ਸ਼ਰਮੋ ਸ਼ਰਮੀ ਸਾਡੇ ਜਿਹੜੇ ਅਫਸਰ ਨੇ ਵਿਚਾਰੇ ਕੁਝ ਕਰ ਨਹੀਂ ਸਕਦੇ। ਫਿਰ ਇੱਕ ਦਿਨ ਖੁੱਲ ਮਿਲ ਜੇ, ਸਿਸਟਮ ਸਹੀ ਹੋ ਜੇ, ਇੱਕ ਦਿਨ ਜਾਂ ਤੀਰ ਵਾਂਗ ਸਿੱਧੇ ਕਰ ਦੇਣਗੇ ਇਹੋ ਜਿਹੇ ਲੀਡਰਾਂ ਨੂੰ ਸਾਡੇ ਅਫਸਰ। ਸੋ ਚੰਗੇ ਅਫਸਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਹ ਮਜਬੂਰ ਨੇ ਇਸ ਵਕਤ। ਹੁਣ ਮਨਟੇਕ ਆਹਲੂਵਾਲੀਆ ਜੀ, ਮਾਫੀਆ ਖਤਮ ਕਰੋ। ਮਾਫੀਆ ਦੀ ਤਾਂ ਤੁਸੀਂ ਜ਼ਿਕਰ ਹੀ ਨਹੀਂ ਕੀਤਾ ਕਿਸੇ ਰਿਪੋਰਟ ਦੇ ਵਿੱਚ। ਗਗਨ, ਮਨਟੇਕ ਸਿੰਘ ਆਹਲੂਵਾਲੀਆ ਨੂੰ ਮਾਫੀਆ ਦਿਖਦਾ ਕਿਉਂ ਨਹੀਂ? ਮਨਟੇਕ ਸਿੰਘ ਆਹਲੂਵਾਲੀਆ ਉਹਨਾਂ ਨੂੰ ਵੀ ਬੜੇ ਸਿਆਣੇ ਨੇ। ਕਿਸੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਕੋਲੋਂ ਮਨਟੇਕ ਸਿੰਘ ਆਹਲੂਵਾਲੀਆ ਜੀ 2 ਲੈਕਚਰ ਲੈ ਕੇ ਆਓ, ਜਿਹੜੇ ਤੁਹਾਨੂੰ ਦੱਸਣ ਕਿ ਮਾਫੀਆ ਕਿਵੇਂ ਕੰਮ ਕਰਦਾ ਹੈ। ਡਾਕਟਰ ਮਨਮੋਹਨ ਸਿੰਘ ਤੋਂ ਜਾ ਕੇ ਪੁੱਛੋ ਵੀ ਦੱਸੋ ਜੀ ਮੈਂ ਕਿਹਦੇ ਕੋਲੋਂ ਜਾ ਕੇ ਸਿੱਖਾਂ ਵੀ ਮਾਫੀਆ ਕਿਵੇਂ ਨੁਕਸਾਨ ਕਰਦਾ ਹੈ, ਸ਼ਰਾਬ ਦਾ, ਸਰਕਾਰ ਦੇ ਰੈਵਨਿਊ ਦਾ। ਮੈਂ ਤਾਂ ਕਹਿੰਦਾ ਸੂਬਿਆਂ ਦੇ ਵਿੱਚ ਐਂਟੀ ਮਾਫੀਆ ਮੰਤਰੀ ਬਣ ਜਾਣਾ ਚਾਹੀਦਾ ਹੈ। ਆ ਸਿੱਧੂ ਵਰਗਾ, ਅਰਵਿੰਦ ਕੇਜਰੀਵਾਲ ਵਰਗਾ ਇਹੋ ਜਿਹਾ ਮੰਤਰੀ ਲਾਓ, ਐਂਟੀ ਮਾਫੀਆ ਮੰਤਰੀ ਲਾਓ।
ਕਿ ਜਿਹਦਾ ਨਾਂ ਸੁਣ ਕੇ ਮਾਫੀਆ ਭੱਜ ਜੇ। ਸਾਡੇ ਪੰਜਾਬ 'ਚ ਕਈ ਪੁਲਿਸ ਅਫਸਰ ਰਹੇ ਨੇ ਇਹੋ ਜਿਹੇ ਜਿਨ੍ਹਾਂ ਦਾ ਨਾਂ ਸੁਣ ਕੇ ਮਾੜੇ ਲੋਕ ਭੱਜ ਜਾਂਦੇ ਸੀ। ਮਾਫੀਆ ਨੇ ਪੰਜਾਬ ਖਰਾਬ ਕੀਤਾ ਹੈ, ਕਰਪਸ਼ਨ ਨੇ ਪੰਜਾਬ ਖਰਾਬ ਕੀਤਾ ਹੈ। ਨਹੀਂ ਤਾਂ ਸਾਡੀ ਕਿਸਾਨੀ ਵੀ ਖੁਸ਼ਹਾਲ ਹੋਵੇ। ਕੇਂਦਰ ਵਾਲੇ ਬਣਦਾ ਮੁੱਲ ਦੇਣ, ਕਣਕ ਦਾ ਬਣਦਾ ਮੁੱਲ ਦੇਣ, ਝੋਨੇ ਦਾ ਬਣਦਾ ਮੁੱਲ ਦੇਣ, ਬੱਸਾਂ ਵਾਲਿਆਂ ਨੂੰ ਬਣਦਾ ਹੱਕ ਮਿਲੇ, ਬੱਸ ਸਟੈਂਡਾਂ 'ਚ ਸਮੇਂ ਸਿਰ ਉਹਨਾਂ ਨੂੰ ਗੱਡੀਆਂ ਦੇ ਟਾਇਰ ਮਿਲਣ, ਗੱਡੀਆਂ ਰਿਪੇਅਰ ਹੋਣ, ਤੇ ਪ੍ਰਾਈਵੇਟ ਵਾਲਿਆਂ ਨਾਲ ਸਾਡੀ ਰੋਡਵੇਜ਼ ਚੰਗਾ ਮੁਕਾਬਲਾ ਕਰੂਗੀ। ਪ੍ਰਾਈਵੇਟ ਵਾਲੇ ਬਾਹਰੋਂ ਸਵਾਰੀਆਂ ਚੜਾਉਂਦੇ ਨੇ, ਰੋਡਵੇਜ਼ ਵਾਲਿਆਂ ਨੂੰ ਬਾਹਰ ਖੜਨ ਨਹੀਂ ਦਿੰਦੇ। ਸੋ ਇਸ ਕਰਕੇ ਸਿਸਟਮ ਦਰੁਸਤ ਕਰਨ ਦੀ ਗੱਲ ਹੈ। ਜਿਹੜੀ ਮਨਟੇਕ ਸਿੰਘ ਆਹਲੂਵਾਲੀਆ ਜੀ ਗੱਲਾਂ ਕਰਦੇ ਨੇ, ਕਾਬਲ ਬਹੁਤ ਨੇ ਮਨਟੇਕ ਸਿੰਘ ਆਹਲੂਵਾਲੀਆ, ਉਹਨਾਂ ਦੀਆਂ ਗੱਲਾਂ ਠੀਕ ਨੇ, ਪਰ ਉਹ ਮਨਟੇਕ ਸਿੰਘ ਆਹਲੂਵਾਲੀਆ ਜੀ ਇਹ ਸਾਰੀਆਂ ਗੱਲਾਂ ਦੇ ਵਿੱਚ ਇੱਕ ਘੋਣਾ ਹੈ ਮਾਫੀਏ ਦੀ, ਉਹਦੇ ਤੇ ਖੋਜ ਕਰੋ। ਤੁਸੀਂ ਮਾਫੀਏ ਦਾ ਤੋੜ ਕੱਢ ਲਿਆ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਣੀ। ਕਹਿੰਦੇ ਜੀ ਵੇਚ ਦਿਓ ਪ੍ਰਾਈਵੇਟ ਸੈਕਟਰ ਨੂੰ। ਦੱਸੋ, ਜੇ ਆਪਣੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਤੇ ਆਪਾਂ ਘੱਟ ਪੈਸਿਆਂ 'ਚ ਘਰ ਚਲਾਉਂਦੇ ਆ ਨਾ ਗਗਨ, ਆਪਾਂ ਘਰ ਵੇਚ ਦਿੰਦੇ ਆ। ਘਰ ਵੇਚਣ ਦੀ ਨੌਬਤ ਉਦੋਂ ਆਉਂਦੀ ਹੈ ਜਦੋਂ ਬਹੁਤ ਜ਼ਿੰਦਗੀ 'ਚ ਅਸੀਂ ਪਿੱਛੇ ਪੈ ਜਾਈਏ, ਕੋਈ ਬਿਮਾਰੀ ਠਮਾਰੀ ਹੋ ਜਾਏ, ਵੀ ਕਿਤੋਂ ਪੈਸੇ ਨਹੀਂ ਮਿਲਣੇ। ਨਹੀਂ ਤਾਂ ਬੰਦਾ ਤੰਗੀ ਸਮੇਂ ਕਮਰਾ ਹੀ, ਬੈਠਕ ਹੀ ਕਿਰਾਏ ਤੇ ਚੜਾ ਦਿੰਦਾ ਇੱਕ। ਅੱਜ ਕੱਲ ਦਾ ਰਿਵਾਜ ਆ ਪੀਜੀਆਂ ਪੂਜੀਆਂ ਦਾ। ਸੋ ਮੈਂ ਬੜਾ ਹੈਰਾਨ ਆ, ਏਡੇ ਏਡੇ ਤਕੜੇ ਸਾਡੇ ਅਰਥ ਸ਼ਾਸਤਰੀ ਮਨਟੇਕ ਸਿੰਘ ਆਹਲੂਵਾਲੀਆ, ਦੁਨੀਆ ਭਰ 'ਚ ਇਹਨਾਂ ਦਾ ਨਾਮ, ਇਹ ਕਹਿੰਦੇ ਪ੍ਰਾਈਵੇਟ ਅਦਾਰਿਆਂ ਨਾਲ ਨਿੱਜੀਕਰਨ 'ਚ ਵੇਚ ਦਿਓ ਜਾਂ ਸਾਂਝੇ ਕਰ ਦਿਓ। ਦੱਸੋ ਜੀ ਕਿੱਦਾਂ ਦੀ ਗੱਲ ਕਰਦੇ ਹੋ ਤੁਸੀਂ? ਪੰਜਾਬ ਵੇਚਣਾ ਆਹਲੂਵਾਲੀਆ ਸਾਹਿਬ? ਮਾਫੀਆ ਦੂਰ ਕਰੋ, ਕਰਪਸ਼ਨ ਦੂਰ ਕਰੋ, ਇਮਾਨਦਾਰੀ ਨਾਲ ਚਲਾਓ। ਕਿੰਨੇ ਪੰਜਾਬ 'ਚ ਉਦਯੋਗ ਚੱਲਦੇ ਨੇ, ਉਹ ਵੀ ਤਾਂ ਆਪਣੇ ਦਮ ਤੇ ਚਲਾਉਂਦੇ ਆ ਨਾ। ਉਹਨਾਂ ਨੂੰ ਕਿਹੜਾ ਸਰਕਾਰੀ ਸਹੂਲਤ ਮਿਲਦੀ ਹੈ ਕੋਈ? ਬਿਜਲੀ ਉਹ ਦਿੰਦੇ ਨੇ ਵੱਧ। ਤੁਹਾਡਾ ਲੋਕਡਾਊਨ ਹੁੰਦਾ, ਉਹਨਾਂ ਦੇ ਬਿਜਲੀ ਦੇ ਬਿੱਲ ਆਏ ਹੁੰਦੇ ਨੇ। ਤੁਹਾਡਾ ਲੋਕਡਾਊਨ ਹੁੰਦਾ, ਤੁਹਾਨੂੰ ਸਰਕਾਰੀ ਗੱਡੀਆਂ, ਪਾਇਲਟ, ਮਾਲੀ, ਗਨਮੈਨ, ਕੁੱਕ, ਸਰਕਾਰੀ ਕੋਠੀ, ਸਰਕਾਰੀ ਬਿਜਲੀ, ਤੇ ਉਦਯੋਗ ਚਲਾਉਣ ਵਾਲਾ ਆਪ ਪਸੀਨੇ 'ਚ ਰਹਿੰਦਾ। ਉਹ ਫੈਕਟਰੀ 'ਚ ਕੂਲਰ ਨਹੀਂ ਲਾਉਂਦਾ, ਕਹਿੰਦਾ ਮੀਟਰ ਨਾਲ ਲੋਡ ਲੈ ਜੇ। ਇਹੋ ਜਿਹੇ ਲੋਕਾਂ ਦੀਆਂ ਉਦਾਹਰਨਾਂ ਲਓ। ਆਹਲੂਵਾਲੀਆ ਸਾਹਿਬ ਪਜਾਮਾ ਕੁੜਤਾ ਪਜਾਮਾ ਪਾ ਕੇ ਨਾ, ਸਾਦਾ ਕੁੜਤਾ ਪਜਾਮਾ ਪਾ ਕੇ, ਜਿਵੇਂ ਮੈਂ ਕਈ ਵਾਰੀ ਸਾਦਾ ਜਿਹਾ ਕੁੜਤਾ ਪਜਾਮਾ ਪਾ ਕੇ, ਮੂੰਹ ਤੇ ਮਾਸਕ ਪਾ ਕੇ ਗਗਨ ਜੀ ਨਿਕਲ ਜਾਣਾ ਬੱਸ 'ਚ ਬਹਿ ਕੇ। ਫੇਰ ਦੁਨੀਆਦਾਰੀ ਦਿਖਦੀ ਆ ਵੀ ਕਿੱਥੇ ਖੜੀ ਹੈ, ਲੋਕਾਂ ਦੇ ਦਰਦ ਕੀ ਹੈ। ਆਹਲੂਵਾਲੀਆ ਸਾਹਿਬ ਹਸਪਤਾਲ 'ਚ ਜਾਓ ਕਦੀ ਭੇਸ ਬਦਲ ਕੇ, ਸਕੂਟਰ ਚਲਾਓ, ਜਰਾ ਡੀਜ਼ਲ ਦਾ ਮੁੱਲ ਤੁਹਾਨੂੰ ਪਤਾ ਲੱਗੇ। 5-7 ਦਿਨ ਮੋਟਰਸਾਈਕਲ ਚਲਾਓ, 5-7 ਦਿਨ 3 ਵੀਲਰ 'ਚ ਬੈਠੋ, 3 ਵੀਲਰ ਦੀ ਯਾਤਰਾ ਕਰੋ, 3 ਵੀਲਰ ਵਾਲੇ ਦਾ ਦਰਦ ਸਮਝੋ। 92 ਰੁਪਏ ਡੀਜ਼ਲ ਪਵਾ ਕੇ ਜਿਹੜਾ 10-10, 15-15 ਰੁਪਏ 'ਚ ਸਾਡਾ ਭਰਾ ਸਵਾਰੀ ਢੋਂਦਾ, ਉਹਨੂੰ ਬਚਦਾ ਕੀ ਹੈ ਸ਼ਾਮ ਨੂੰ ਗਗਨ? 100 ਰੁਪਈਆ ਨਹੀਂ ਬਚਦਾ। ਤੇ ਜੇ ਕਿਤੇ ਟਾਇਰ ਪੈਂਚਰ ਹੋ ਜੇ ਉਹ ਵੀ ਗਿਆ। ਆ 1.5 ਸਾਲ ਲਾਕਡਾਊਨ 'ਚ ਵੈਸੇ ਹੀ ਸਾਰਾ ਕੁਝ ਬੰਦ ਰਿਹਾ। ਇਸ ਕਰਕੇ ਸਾਡੇ ਜਿਹੜੇ ਮੁਲਕ ਦੇ ਜਿਹੜੇ ਵੱਡੇ ਵੱਡੇ ਸਲਾਹਕਾਰ ਨੇ ਨਾ, ਜ਼ਮੀਨ ਇਹਨਾਂ ਦੀ ਕਮਜ਼ੋਰ ਹੈ। ਇਹਨਾਂ ਲਈ ਲਾਜ਼ਮੀ ਹੋਣਾ ਚਾਹੀਦਾ ਵੀ ਜੇ ਤੁਸੀਂ ਖੇਤੀਬਾੜੀ ਦੇ ਉੱਤੇ ਕੋਈ ਯੋਜਨਾ ਬਣਾ ਰਹੇ ਹੋ ਤੇ 6 ਮਹੀਨੇ ਖੇਤਾਂ 'ਚ ਹੀ ਰਹੋ, ਮੰਡੀਆਂ 'ਚ ਹੀ ਰਹੋ 6 ਮਹੀਨੇ। ਏਸੀ ਕਮਰਿਆਂ ਵਾਲੇ ਵੱਡੀਆਂ ਵੱਡੀਆਂ ਇਮਾਰਤਾਂ, ਉੱਚੀਆਂ ਉੱਚੀਆਂ ਇਮਾਰਤਾਂ ਦੇ ਦਫ਼ਤਰਾਂ 'ਚੋਂ ਰੱਬ ਹੀ ਨੇੜੇ ਦਿਖਦਾ, ਜ਼ਮੀਨ ਕਿੱਥੇ ਦਿਖਦੀ? ਸੋ ਮੈਂ ਇਹਦਾ ਹਾਮੀ ਨਹੀਂ ਹੈਗਾ ਕਿ ਸਾਰਾ ਕੁਝ ਪ੍ਰਾਈਵੇਟ ਕਰ ਦਿਓ ਜੀ। ਸਰਕਾਰੀਕਰਨ ਹੋਵੇ, ਸਾਡੇ ਐਡੇ ਮੁਲਾਜ਼ਮ ਨੇ, ਐਡੇ ਕਾਬਲ ਨੇ, ਸਾਰਾ ਕੁਝ ਹੋ ਸਕਦਾ। ਉਹ ਠੀਕ ਹੈ, ਲੱਕੜ ਨੂੰ ਘੁਣਾ ਲੱਗ ਜਾਂਦਾ, ਮਾੜਾ ਮੋਟਾ ਕੋਈ ਵਿਅਕਤੀ ਕਮਜ਼ੋਰ ਕਰਪਟ ਹੁੰਦਾ ਹੈ। ਜਦੋਂ ਸਿਸਟਮ ਦਰੁਸਤ ਹੋਊਗਾ ਤੇ ਆਪ ਹੀ ਨਿਕਲ ਕੇ ਬਾਹਰ ਆ ਜਾਊ। ਦਰਜਨ ਕੇਲਿਆਂ ਚੋਂ ਇੱਕ ਅੱਧਾ ਕੇਲਾ ਖਰਾਬ ਨਿਕਲ ਜਾਂਦਾ ਗਗਨ, ਇਹ ਹੁੰਦਾ, ਕੁਦਰਤ ਹੈ। ਸੋ ਇਸ ਕਰਕੇ ਇਹਦੇ ਤੇ ਵੀ ਰਿਐਕਸ਼ਨ ਸੁਣਾ ਦਿਓ ਜੇ ਕਿਸੇ ਦਾ ਮਨਟੇਕ ਸਿੰਘ ਆਹਲੂਵਾਲੀਆ ਦੇ ਮਸਲੇ ਤੇ ਰਿਐਕਸ਼ਨ ਆਇਆ। ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਪੂਰੀ ਤਰ੍ਹਾਂ ਲੋਕ ਵਿਰੋਧੀ ਹੈ। ਆਮ ਆਦਮੀ ਪਾਰਟੀ ਇਸ ਰਿਪੋਰਟ ਨੂੰ ਮੁੱਢੋਂ ਰੱਦ ਕਰਦੀ ਹੈ ਕਿਉਂਕਿ ਇਹ ਕੇਂਦਰ ਦੀ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਏਜੰਡਾ ਲਾਗੂ ਕਰਨ ਦੀ ਕਵਾਇਦ ਆ।
ਮਨਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਬਣਾਈ ਤਾਂ ਇਸ ਕਰਕੇ ਗਈ ਸੀ ਕਿ ਅੱਜ ਦੇ ਮਾੜੇ ਹਾਲਾਤਾਂ ਚੋਂ ਪੰਜਾਬ ਨੂੰ ਕਿੱਦਾਂ ਉਭਾਰਿਆ ਜਾਵੇ, ਪਰ ਇਹ ਸਿਰਫ ਅਤੇ ਸਿਰਫ ਕੇਂਦਰ ਸਰਕਾਰ ਦੇ ਏਜੰਡੇ ਨੂੰ ਲਾਗੂ ਕਰਨ ਦੀ ਤਿਆਰੀ ਮਾਤਰ ਹੈ। ਇਹ ਰਿਪੋਰਟ ਕੀ ਇਸ਼ਾਰਾ ਕਰਦੀ ਹੈ? ਇਹ ਰਿਪੋਰਟ ਕਹਿੰਦੀ ਹੈ ਕਿ ਸਬਸਿਡੀਆਂ ਬੰਦ ਕੀਤੀਆਂ ਜਾਣ, ਜਿਹਦਾ ਸਿੱਧਾ ਜਿਹੜਾ ਨੁਕਸਾਨ ਹੈਗਾ ਉਹ ਕਿਸਾਨਾਂ ਨੂੰ ਹੋਏਗਾ, ਦਲਿਤਾਂ ਨੂੰ ਹੋਏਗਾ, ਇੰਡਸਟਰੀ ਨੂੰ ਹੋਏਗਾ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਹੁਣ ਅੱਗੇ ਵਧੀਏ ਤੇ ਕਹਿੰਦੇ ਪੰਜਾਬ ਸਰਕਾਰ ਥਰਮਲ ਪਲਾਂਟਾਂ ਦੇ ਉੱਤੇ ਵੀ ਐਕਸ਼ਨ ਲੈਣ ਜਾ ਰਹੀ ਹੈ। ਕਹਿੰਦੇ ਕਿ ਸਾਰੇ ਥਰਮਲ ਪਲਾਂਟਾਂ ਦੇ ਸਮਝੌਤਿਆਂ ਦਾ ਇੱਕ ਵਾਰ ਸਾਰਿਆਂ ਦਾ ਨਿਰੀਖਣ ਹੋਵੇ, ਉਸ ਤੋਂ ਬਾਅਦ ਜਿਹੜੇ ਇੱਕ ਤਰਫੇ ਸਮਝੌਤੇ ਨੇ ਉਹ ਰੱਦ ਕਰ ਦਿੱਤੇ ਜਾਣ। ਸ਼ੁਰੂਆਤ ਤਲਵੰਡੀ ਸਾਬੋ ਤੋਂ ਹੋ ਸਕਦੀ ਹੈ। ਤੇ ਨਾਲ ਹੀ ਕਹਿੰਦੇ ਪ੍ਰਾਈਵੇਟ ਬੱਸਾਂ ਜਿਹੜੀਆਂ ਬਿਨਾਂ ਪਰਮਿਟ ਤੋਂ ਚੱਲੀ ਜਾਂਦੀਆਂ ਨੇ 800 ਦੇ ਕਰੀਬ ਦੇ ਉੱਤੇ, ਉਹਨਾਂ ਤੇ ਵੀ ਐਕਸ਼ਨ ਬਹੁਤ ਜਲਦ ਲਿਆ ਜਾਣਾ ਹੈ, ਜਿਸ 'ਚੋਂ ਕੁਝ ਬੱਸਾਂ ਕਹਿੰਦੇ ਸਰਕਾਰੀ ਸਿਆਸਤਦਾਨਾਂ ਦੀਆਂ ਵੀ ਨੇ। ਤੇ ਕੀ ਲੱਗਦਾ ਇਹ ਸਾਰੇ ਫੈਸਲੇ ਇੱਕੋ ਦਮ ਐਕਸ਼ਨ ਦੇ ਵਿੱਚ ਕਿੱਦਾਂ ਹੈ ਸਰਕਾਰ? ਹੁਣ ਸਿੱਧੂ ਦਾ ਦਬਾਅ ਹੈ। ਹੁਣ ਕਈ ਕਹਿਣਗੇ ਡੱਲਾ ਜੀ ਫੇਰ ਸਿੱਧੂ ਦੀ ਗੱਲ ਕਰੀ ਜਾਂਦੇ, ਨਹੀਂ ਤਾਂ ਦੱਸੋ ਜਿਹੜਾ ਕੰਮ 4.5 ਸਾਲ 'ਚ ਨਹੀਂ ਹੋਇਆ, ਕਿਹੜਾ ਜਿੰਨ ਆ ਗਿਆ ਜਿਹੜਾ ਕਹਿੰਦਾ ਜੀ ਹੁਣ ਪ੍ਰਾਈਵੇਟ ਬੱਸਾਂ ਦੇ ਪਰਮਿਟ ਵੀ ਜਿਹੜੇ ਗੈਰ ਕਾਨੂੰਨੀ ਬਿਨਾਂ ਪਰਮਿਟ ਦੀਆਂ ਉਹਨਾਂ ਨੂੰ ਰੱਦ ਕਰ ਦਿਓ। ਸਿੱਧੂ ਚੱਕੀ ਜਾਂਦਾ ਮੰਗ, ਆਪ ਵਾਲੇ ਵੀ ਚੱਕਦੇ, ਮੈਂ ਵੀ ਚੱਕਦਾ। ਮੈਂ ਕਿੰਨੀ ਵਾਰੀ ਕਿਹਾ ਕਿ ਬਿਨਾਂ ਪਰਮਿਟ ਦੀਆਂ ਬੱਸਾਂ, ਹੁਣ ਤੁਸੀਂ ਦੇਖੋ ਹੁਣ ਗੱਲਾਂ ਨਿਕਲ ਆਈਆਂ ਵੀ ਇਹਦੇ 'ਚੋਂ ਵੱਡੀ ਗਿਣਤੀ ਬੱਸਾਂ ਪੋਲੀਟੀਕਲ ਲੀਡਰਾਂ ਦੀਆਂ ਨੇ। ਗਰੀਬ ਦਾ ਮਾਸਕ ਨਾ ਪਾਇਆ ਹੋਵੇ ਚਲਾਨ ਕਰ ਦਿੰਦੇ ਨੇ ਸਾਡੇ ਪੁਲਿਸ ਦੇ ਅਫਸਰ। ਪੁਲਿਸ ਦੇ ਅਫਸਰਾਂ ਨੂੰ ਖੁੱਲੀ ਛੁੱਟੀ ਦੇ ਦਿਓ ਮੁੱਖ ਮੰਤਰੀ ਸਾਹਿਬ, ਕੱਲੀ ਬੱਸ ਦਾ ਰੋਕ ਕੇ ਪਰਮਿਟ ਚੈੱਕ ਕਰ ਲਓ ਤੇ ਦੇ ਦਿਓ ਸਾਰੇ ਅੰਦਰ। ਜੇ ਕੋਈ ਗੈਰ ਕਾਨੂੰਨੀ ਬੱਸ ਚਲਾ ਜੇ ਤਾਂ ਕਹੀਓ। ਪੁਲਿਸ ਨੂੰ ਤਾਕਤ ਤਾਂ ਦੇ ਕੇ ਦੇਖੋ। ਗੈਰ ਕਾਨੂੰਨੀ ਬੱਸ ਕਿੱਥੋਂ ਚੱਲ ਜੂ ਪੰਜਾਬ 'ਚ? ਬੱਸਾਂ ਵਾਲੇ ਤਾਂ ਟਾਇਰਾਂ ਨੂੰ ਹੱਥ ਲਾ ਦੇਖਣਗੇ। ਸੋ ਗੈਰ ਕਾਨੂੰਨੀ ਬੱਸ ਚੱਲੇ ਕਿਉਂ? ਸੋ ਬਿਨਾਂ ਪਰਮਿਟ ਤੋਂ ਬੱਸਾਂ ਨਹੀਂ ਚੱਲਣੀਆਂ। ਬੜੀ ਖੁਸ਼ੀ ਦੀ ਗੱਲ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਕੈਪਟਨ ਅਮਰਿੰਦਰ ਨੇ ਐਡਾ ਦਲੇਰੀ ਵਾਲਾ ਫੈਸਲਾ ਕਰਨ ਜਾ ਰਹੇ ਨੇ ਕਿ ਬਿਨਾਂ ਪਰਮਿਟ ਦੀਆਂ ਜਿਹੜੀਆਂ ਬੱਸਾਂ ਨੇ ਉਹ ਬੰਦ ਹੋਣਗੀਆਂ। ਵਾਹ ਜੀ ਵਾਹ, ਇਹ ਮੈਨੂੰ ਲੱਗਦਾ 4.5 ਸਾਲਾਂ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਗਗਨ। ਇਹ ਰਿਕਾਰਡ ਤੋੜ ਉਪਲਬਧੀ ਹੈ ਜੀ। ਹੁਣ ਬਿਨਾਂ ਪਰਮਿਟ ਦੀਆਂ ਬੱਸਾਂ ਬੰਦ ਹੋ ਗਈਆਂ ਤੇ ਸਾਡਾ ਸਰਕਾਰੀ ਮੁਲਾਜ਼ਮ ਕਿੱਡਾ ਖੁਸ਼ ਹੋਊਗਾ। ਬੱਸਾਂ ਵਾਲਾ ਸਰਕਾਰੀ ਬੱਸਾਂ ਨੂੰ ਲੱਗਣਗੇ 4 ਚੰਨ। ਉਹਨਾਂ ਦੀਆਂ ਬੱਸਾਂ ਪੱਕੀਆਂ ਬੰਦ ਨਾ ਕਰੋ, ਉਹਨਾਂ ਨੂੰ ਜੁਰਮਾਨੇ ਠੋਕੋ ਤੇ ਮੁੜ ਕੇ ਉਹਨਾਂ ਨੂੰ ਕਹੋ ਪਰਮਿਟ ਤੇ ਚਲਾਓ ਬੱਸਾਂ। ਹੁਣ ਪਰਮਿਟ ਦੇ ਚਲਾਉਣ ਬੱਸਾਂ, ਕੀ ਇਤਰਾਜ਼ ਹੈ? ਔਰ ਬੱਸਾਂ ਵਾਲਿਆਂ ਦੇ ਲਈ ਗਗਨ ਮੈਂ ਤਾਂ ਕਹਿੰਦਾ, ਮੈਨੂੰ ਪਤਾ ਨਹੀਂ ਇਹ ਕੋਈ ਵਿਵਸਥਾ ਹੈ ਜਾਂ ਨਹੀਂ ਹੈ। ਜਿਵੇਂ ਦੁਕਾਨ ਵਾਲਿਆਂ ਲਈ ਨਾ ਲਿਖ ਕੇ ਰੱਖਣਾ ਜ਼ਰੂਰੀ ਹੁੰਦਾ ਲਾਇਸੈਂਸ, ਆ ਬੱਸਾਂ ਵਾਲਿਆਂ ਨੂੰ ਵੀ ਕਰੋ ਵੀ ਤਾਕੀਆਂ ਦੇ ਬਾਹਰ ਫਰੰਟ ਤੇ ਬੈਗ ਤੇ ਵੱਡਾ ਲਾਇਸੈਂਸ, ਪਰਮਿਟ ਨੰਬਰ, ਪਰਮਿਟ ਕਿਹਦੇ ਨਾਂ ਤੇ ਆ ਛਪਿਆ ਹੋਵੇ, ਵੀ ਪਰਮਿਟ ਕਿਹੜੇ ਲੀਡਰ ਦੇ ਨਾਂ ਤੇ ਆ ਬੱਸ ਦਾ, ਉਹ ਵੀ ਨਾਮ ਆ ਜਾ ਕਰੂ ਤੇ ਨਾਲ ਉਹਦਾ ਨਾਮ ਬੱਸ ਦੇ ਵਿੱਚ, ਪਰਮਿਟ ਦਾ ਨਾਮ, ਪਰਮਿਟ ਹੋਲਡਰ ਦਾ ਨਾਮ ਤੇ ਉਹਦਾ ਪਤਾ ਲੱਗ ਜੂਗਾ ਭਾਈ ਕਿਹੜੇ ਐਮਐਲਏ ਦਾ ਪਰਮਿਟ ਹੈ ਜਾਂ ਐਮਐਲਏ ਦੇ ਬੰਦੇ ਦਾ ਪਰਮਿਟ ਹੈ। ਇਹ ਜ਼ਰੂਰੀ ਹੈ। ਇਹਦੇ ਤੇ ਕੋਈ ਸਾਡੇ ਸਿਆਣੇ ਭਰਾ, ਸਾਡੇ ਵਕੀਲ ਜ਼ਰੂਰ ਇਹਦੇ ਤੇ ਕੋਈ ਗੌਰ ਕਰਨਗੇ। ਮੈਨੂੰ ਲੱਗਦਾ ਵੀ ਇਹੋ ਜਿਹੀ ਕੋਈ ਪਾਲਿਸੀ ਬਣੇ ਕਿ ਬੱਸਾਂ ਦੇ ਬਾਹਰ ਪੱਕਾ ਵੱਡਾ ਲਿਖਿਆ ਹੋਵੇ ਕਿ ਇਹ ਬੱਸ ਕਿਹਦੀ ਹੈ, ਇਹਦਾ ਮਾਲਕ ਕੌਣ ਹੈ, ਇਹਦਾ ਪਰਮਿਟ ਕਿੱਥੋਂ ਤੋਂ ਕਿੱਥੋਂ ਤੱਕ ਦਾ ਹੈ, ਕਦੋਂ ਸ਼ੁਰੂ ਹੋਊਗਾ, ਕਦੋਂ ਖਤਮ ਹੋਊਗਾ, ਪਰਮਿਟ ਕਿਹਦੇ ਨਾਂ ਤੇ ਹੈ, ਕਿੰਨੀ ਦੇਰ ਦਾ ਹੈ, ਕਿੱਥੋਂ ਤੋਂ ਕਿੱਥੋਂ ਤੱਕ ਦਾ। ਇਹ ਬੱਸਾਂ ਦੇ ਉੱਤੇ ਛਪਿਆ ਹੀ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਆ ਜਿਵੇਂ ਤੰਬਾਕੂ ਵਾਲੀ ਡੱਬੀ ਤੇ ਛਪੀ ਹੁੰਦੀ ਹੈ ਨਾ ਕੈਂਸਰ ਦੀ ਫੋਟੋ, ਵੀ ਪੀਓਗੇ ਤਾਂ ਕੈਂਸਰ ਹੋ ਜੂ। ਸ਼ਰਾਬ ਵਾਲੀ ਬੋਤਲ ਤੇ ਲਿਖਿਆ ਹੁੰਦਾ, ਬੱਸਾਂ ਤੇ ਵੀ ਲਿਖਿਆ ਹੋਵੇ। ਮੈਂ ਤਾਂ ਕਹਿੰਦਾ ਇਹ ਚੰਗਾ ਸੁਝਾਅ ਗੱਲਾਂ 'ਚ ਨਿਕਲਿਆ। ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਗਗਨ, ਬਿਜਲੀ ਸਮਝੌਤੇ ਰੱਦ ਹੋਣੇ ਚਾਹੀਦੇ ਆ। ਬਿਜਲੀ ਸਮਝੌਤੇ ਜਦੋਂ ਕੀਤੇ ਗਏ ਸੀ ਉਹਨਾਂ ਦਿਨਾਂ 'ਚ ਹਾਲਾਤ ਹੋਰ ਸੀ। ਪਹਿਲੀ ਗੱਲ, ਬਿਜਲੀ ਸਮਝੌਤੇ ਐਡੇ ਲੰਬੇ ਨਹੀਂ ਕੀਤੇ ਜਾਣੇ ਚਾਹੀਦੇ। ਰੱਦ ਕਰਕੇ ਇਹਨਾਂ ਸਮਝੌਤਿਆਂ ਨੂੰ ਸਰਕਾਰ ਆਪਣੇ ਵੱਲੋਂ ਰੱਦ ਕਰੇ, ਕੰਪਨੀਆਂ ਵਾਲੇ ਜਾਣ ਅਦਾਲਤਾਂ 'ਚ, ਹੱਕ ਹੈ ਉਹ ਅਦਾਲਤਾਂ 'ਚ ਜਾਣ, ਫਿਰ ਅਦਾਲਤ 'ਚ ਗੱਲ ਖੁੱਲੂਗੀ ਵੀ ਸਰਕਾਰ ਨੇ ਕਿਉਂ ਰੱਦ ਕੀਤੇ, ਕੀ ਕਰਪਸ਼ਨ ਹੋਈ, ਐਡੇ ਮਹਿੰਗੇ ਕਿਵੇਂ ਹੋ ਗਏ, ਕੀ ਦਬਾਅ ਸੀ, ਕੀ ਅਫਸਰਾਂ ਨੇ ਪੈਸਾ ਖਾਧਾ। ਪੁਰਾਣੇ ਅਫਸਰਾਂ ਨੂੰ ਵੀ ਜਾਂਚ 'ਚ ਲਿਆਂਦਾ ਜਾਵੇ ਜਿਹੜੇ ਰਿਟਾਇਰ ਹੋ ਗਏ, ਜਿਹੜੇ ਸੋਚਦੇ ਹੋਣੇ ਅਸੀਂ ਤਾਂ ਬਿਜਲੀ ਦੇ ਸਮਝੌਤੇ ਕਰਾ ਕੇ ਗਗਨ ਰਿਟਾਇਰ ਹੋ ਗਏ ਤੇ ਅਸੀਂ ਤਾਂ ਹੁਣ ਕੋਈ ਵਧੀਆ ਫਾਰਮ ਹਾਊਸ ਬਣਾ ਕੇ ਸ਼ਾਮ ਨੂੰ ਸੈਰ ਕਰਿਆ ਕਰਾਂਗੇ ਤੇ ਸਾਨੂੰ ਕਿਹੜਾ ਚੈਲੰਜ ਕਰ ਦੂ। ਉਹ ਸਾਰਿਆਂ ਨੂੰ ਸੱਦ ਲੈਣਾ ਚਾਹੀਦਾ ਵੀ ਆਓ ਭਾਈ ਦੱਸੋ ਕਿਵੇਂ ਹੋਏ ਸੀ ਸਮਝੌਤੇ, ਉਹਨਾਂ ਦੀਆਂ ਪ੍ਰਾਪਰਟੀਆਂ ਚੈੱਕ ਕਰੋ, ਸਮਝੌਤਿਆਂ ਤੋਂ ਪਹਿਲਾਂ ਕੀ ਸੀ, ਸਮਝੌਤਿਆਂ ਤੋਂ ਬਾਅਦ ਕੀ ਬਣੇ,
ਉਹਨਾਂ ਦੇ ਘਰਾਂ ਦੇ ਬਿੱਲ ਚੈੱਕ ਕਰੋ ਵੀ ਉਹਨਾਂ ਦੇ ਘਰੇ ਬਿਜਲੀ ਦੇ ਬਿੱਲ ਆਉਂਦੇ ਕਿ ਨਹੀਂ। ਇਹ ਸਾਰੀਆਂ ਚੀਜ਼ਾਂ ਜਾਂਚ 'ਚ ਆਉਣ। ਹਾਂ, ਸਰਕਾਰ ਪ੍ਰੋਵੀਜ਼ਨ ਬਣਾਵੇ, ਵਿਧਾਨ ਸਭਾ ਕਾਨੂੰਨ ਬਣਾਵੇ ਵੀ ਕੋਈ ਵੀ ਸਮਝੌਤੇ ਆ ਜਿਹੜੇ ਉਹ ਵਕਤ ਦੇ ਹਿਸਾਬ ਨਾਲ ਉਹਨਾਂ ਦਾ ਮੁੱਲ ਵਿਚਾਰਿਆ ਜਾਊਗਾ ਦੁਬਾਰਾ। ਉਹਨਾਂ ਦਾ ਪ੍ਰੋਫਿਟ ਬੇਸ਼ੱਕ ਦੀ ਨਾ ਘਟਾਓ। ਉਹਨਾਂ ਨੂੰ ਕਹੋ ਅਗਰ ਤੁਸੀਂ 2 ਰੁਪਏ ਯੂਨਿਟ ਵੀ ਪ੍ਰੋਫਿਟ ਲੈਣਾ ਹੈ ਤੁਸੀਂ ਪ੍ਰੋਫਿਟ ਰੱਖੋ, ਪਰ ਜੇ ਬਾਜ਼ਾਰ ਦਾ ਮੁੱਲ ਘਟ ਗਿਆ ਤੇ ਤੁਹਾਡਾ ਪ੍ਰੋਫਿਟ 5 ਰੁਪਏ ਬਣ ਰਿਹਾ ਤੇ ਤੁਹਾਡਾ ਪ੍ਰੋਫਿਟ 2 ਹੀ ਰਹੂਗਾ। ਫਿਰ ਸਮਝੌਤੇ ਦਾ ਮੁੱਲ ਘਟੂ। ਇਸ ਤਰੀਕੇ ਦੇ ਸਮਝੌਤੇ ਹੋਣੇ ਚਾਹੀਦੇ ਨੇ ਕਿ ਤੁਹਾਡਾ 25 ਸਾਲਾਂ ਲਈ ਪ੍ਰੋਫਿਟ 2 ਰੁਪਏ ਮੰਨ ਕੇ ਚੱਲੋ ਵੀ 1 ਯੂਨਿਟ ਲਈ 2 ਰੁਪਏ ਰਹੂਗਾ। ਪਾਵਰ ਪਰਚੇਜ਼ ਐਗਰੀਮੈਂਟ ਵੀ ਤੁਹਾਡਾ ਪ੍ਰੋਫਿਟ ਯੂਨਿਟ ਦਾ 2 ਰੁਪਏ ਹੀ ਰਹੂਗਾ, ਭਾਵੇਂ ਯੂਨਿਟ 3 ਰੁਪਏ ਦੀ ਹੋ ਜੇ, ਭਾਵੇਂ 25 ਰੁਪਏ ਦੀ ਯੂਨਿਟ ਹੋ ਜੇ, ਫਿਰ ਗੱਲ ਸਮਝ ਆਉਂਦੀ ਹੈ। ਹੁਣ ਉਹ ਆਪਣਾ ਪ੍ਰੋਫਿਟ ਵੀ ਨਾਲ ਨਾਲ ਵਧਾਉਂਦੇ ਰਹਿੰਦੇ ਨੇ, ਮੁੱਲ ਬਿਜਲੀ ਦਾ ਵੱਧ ਜਾਂਦਾ। ਸੋ ਰੱਦ ਹੋਣੇ ਚਾਹੀਦੇ ਨੇ ਗਗਨ। ਅਗਰ ਰੱਦ ਹੁੰਦੇ ਨੇ ਤਾਂ ਸਵਾਗਤ ਕਰਦੇ ਹਾਂ। ਕਾਂਗਰਸ ਦੇ 5 ਪ੍ਰਧਾਨਾਂ ਦਾ ਇਹਦੇ ਤੇ ਵੱਡਾ ਯੋਗਦਾਨ ਹੈ। ਉਹਨਾਂ ਨੇ ਸਿੱਧੂ ਦੇ ਟਵੀਟ, ਖਾਸ ਤੌਰ ਤੇ ਸਿੱਧੂ ਦੇ ਟਵੀਟਾਂ ਨੇ ਔਰ ਆਮ ਆਦਮੀ ਪਾਰਟੀ ਦੀ ਬਿਜਲੀ ਗਰੰਟੀ ਨੇ ਔਰ ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਨੇ, ਭਗਵੰਤ ਮਾਨ ਨੇ ਵੀ ਬਿਜਲੀ ਸਮਝੌਤਿਆਂ ਤੇ ਅੰਦੋਲਨ ਕੀਤਾ ਹੈ। ਇਹਨਾਂ ਸਾਰਿਆਂ ਦੀ ਮਿਲੀ ਜੁਲੀ ਕਾਮਯਾਬੀ ਹੈ ਜੇ ਸਮਝੌਤੇ ਰੱਦ ਹੁੰਦੇ ਨੇ। ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਇਹ ਮਸਲੇ ਬਹੁਤ ਵੱਡੇ ਪੱਧਰ ਦੇ ਉੱਤੇ ਉੱਭਰ ਰਹੇ ਨੇ। ਜਿਹੋ ਜਿਹੇ ਲੱਗ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਹਾਲਾਤ ਕੁਝ ਬਦਲਣਗੇ, ਉਹ ਜ਼ਰੂਰ ਬਦਲੇ ਨੇ। ਸਰਕਾਰ ਐਕਸ਼ਨ ਦੇ ਵਿੱਚ ਹੈ ਤੇ ਇਹਨਾਂ ਐਕਸ਼ਨਾਂ ਨੂੰ ਕਦੋਂ ਤੱਕ ਅਮਲ ਦੇ ਵਿੱਚ ਲਿਆਂਦਾ ਜਾਂਦਾ ਹੈ ਉਹ ਬਹੁਤ ਵੱਡੀਆਂ ਚਰਚਾਵਾਂ ਦੇ ਵਿੱਚ ਰਹਿਣਗੀਆਂ ਗੱਲਾਂ। ਤੇ ਇਸ ਦੇ ਨਾਲ ਹੀ ਕਿਸਾਨਾਂ ਦੀ ਸੰਸਦ ਦਾ ਵੀ ਕੱਲ 5ਵਾਂ ਦਿਨ ਸੀ ਤੇ ਅੱਜ 6ਵਾਂ ਦਿਨ ਹੋਣਾ ਹੈ। ਕੱਲ ਦੇ ਦਿਨ ਦੇ ਵਿੱਚ ਕਿਸਾਨਾਂ ਨੇ ਵੀ ਆਪਣੇ ਪੱਧਰ ਦੇ ਉੱਤੇ ਕਾਰਵਾਈ ਚਲਾਈ। ਹਾਲਾਂਕਿ ਜਿਹੜੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਮੌਨਸੂਨ ਸੈਸ਼ਨ ਆ ਉਹ ਬਹੁਤਾ ਸਮਾਂ ਨਹੀਂ ਚੱਲ ਸਕਿਆ, ਪਰ ਕਿਸਾਨਾਂ ਦੀ ਪਾਰਲੀਮੈਂਟ 11 ਤੋਂ 5 ਵਜੇ ਤੱਕ ਜ਼ਰੂਰ ਚੱਲੀ ਹੈ। ਉਸ ਦੇ ਵਿੱਚ ਵੀ ਬਹੁਤ ਕੁਝ ਜਿਹੜਾ ਹੋਇਆ ਹੈ। ਡੱਲਾ ਸਾਹਿਬ, ਕਿਸਾਨਾਂ ਦੀ ਪਾਰਲੀਮੈਂਟ ਅਤੇ ਦੇਸ਼ ਦੀ ਪਾਰਲੀਮੈਂਟ ਦੇ ਉੱਤੇ ਜ਼ਰੂਰ ਟਿੱਪਣੀ ਕਰਿਓ। ਬਿਲਕੁਲ ਜੀ, ਕਿਸਾਨਾਂ ਦੀ ਪਾਰਲੀਮੈਂਟ ਨੂੰ ਸਲੂਟ ਹੈ। ਕਿਸਾਨਾਂ ਨੇ ਪੂਰੇ ਮੁਲਕ ਦੇ ਵਿੱਚ ਕਿਸਾਨਾਂ ਦੇ ਮਸਲਿਆਂ ਨੂੰ ਉਭਾਰਿਆ ਹੈ ਔਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜੋ ਕੁਝ ਹੋਇਆ ਉਹ ਤਾਂ ਆਪਾਂ ਵੇਖਿਆ, ਉਹ ਅਕਸਰ ਵੇਖਦੇ ਹਾਂ। ਪਰ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੇ, ਰਵਨੀਤ ਬਿੱਟੂ ਨੇ, ਗੁਰਜੀਤ ਔਜਲਾ ਨੇ, ਰਾਹੁਲ ਗਾਂਧੀ ਨੇ, ਭਗਵੰਤ ਮਾਨ ਨੇ, ਸੁਖਬੀਰ ਬਾਦਲ ਨੇ, ਹਰਸਿਮਰਤ ਬਾਦਲ ਨੇ, ਸਾਰੀਆਂ ਪਾਰਟੀਆਂ ਨੇ ਇਸ ਵਾਰ ਜ਼ੋਰ ਲਾਇਆ। ਚੰਗਾ, ਉਹ ਗੱਲ ਠੀਕ ਹੈ। ਸ਼ੁਰੂਆਤੀ ਤੌਰ ਤੇ ਅਕਾਲੀ ਦਲ ਹੱਕ 'ਚ ਸੀ ਇਹਨਾਂ ਬਿੱਲਾਂ ਦੇ, ਹੁਣ ਵਿਰੋਧ 'ਚ। ਚਲੋ, ਦੇਰ ਆਏ ਦੁਰਸਤ ਆਏ। ਗੁਰਜੀਤ ਔਜਲਾ ਤੇ ਰਵਨੀਤ ਬਿੱਟੂ ਨੇ ਵੀ ਚੰਗਾ ਉੱਥੇ ਅੰਦੋਲਨ ਕੀਤਾ। ਬਾਕੀ ਹੁਣ ਵੇਖਦੇ ਹਾਂ ਨਤੀਜਾ ਕੀ ਨਿਕਲਦਾ। ਸਾਡੀਆਂ ਕਿਸਾਨ ਜਥੇਬੰਦੀਆਂ ਨੇ ਮਿਸਾਲੀ ਕਿਸਾਨ ਸੰਸਦ ਚਲਾਈ ਹੈ ਔਰ ਇਹਦੇ ਨਾਲ ਇੱਕ ਵੱਡਾ ਸੁਨੇਹਾ ਗਿਆ ਹੈ। ਅਸੀਂ ਸਾਰੇ ਕਿਸਾਨਾਂ ਦੇ ਨਾਲ ਆ ਔਰ ਬੇਨਤੀ ਫਿਰ ਉਹੀ ਹੈ, ਸਾਡੀ ਭਾਰਤ ਦੀ ਸਰਕਾਰ ਕਿਸਾਨਾਂ ਨਾਲ ਮਿਲ ਬੈਠ ਕੇ ਇਸ ਮਸਲੇ ਨੂੰ ਨਿਬੇੜੇ, ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਸੱਦਾ ਮਾਰੇ ਕਿ ਆਓ ਕਾਨੂੰਨ ਆਪਾਂ ਰੱਦ ਕਰਦੇ ਹਾਂ ਤੇ ਹੁਣ ਆਪਾਂ ਨਵੇਂ ਸਿਰੇ ਤੋਂ ਕਾਨੂੰਨ ਬਣਾਉਣੇ ਆ ਤੇ ਨਵੇਂ ਸਿਰੇ ਤੋਂ ਕਾਨੂੰਨ ਬਣਾ ਲਏ ਜਾਣ। ਮੋਦੀ ਸਾਹਿਬ ਦੀ ਜ਼ਿੰਦਾਬਾਦ ਹੋ ਜੂਗੀ ਔਰ ਕਿਸਾਨ ਵੀ ਆਪਣੇ ਘਰ ਵਾਪਸ ਆ ਕੇ ਆਪਣੀ ਖੇਤੀ ਤੇ ਲੱਗਣਗੇ। ਜੀ ਗਰ ਬਿਲਕੁਲ। ਸੋ ਜ਼ਰੂਰ ਹੈ, ਉਮੀਦ ਇਹੀ ਹੈ ਕਿ ਸਰਕਾਰ ਜਲਦ ਤੋਂ ਜਲਦ ਇੱਕ ਗੱਲਬਾਤ ਦੀ ਟੇਬਲ ਦੇ ਉੱਤੇ ਬੈਠੇ ਤੇ ਉਸ ਤੋਂ ਬਾਅਦ ਹੱਲ ਦੇ ਵੱਲ ਵਧਿਆ ਜਾਵੇ। ਸੋ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਤੇ ਕਿਸਾਨਾਂ ਦੀ ਪਾਰਲੀਮੈਂਟ ਦੇ ਵਿੱਚ ਕੁਝ ਖਾਸ ਬਿਆਨ ਨੇ, ਕੁਝ ਸਿਆਸੀ ਲੋਕਾਂ ਦੇ ਨੇ, ਕੁਝ ਕਿਸਾਨਾਂ ਦੇ ਨੇ, ਉਹ ਵੀ ਤੁਹਾਨੂੰ ਜਾਂਦੇ ਜਾਂਦੇ ਜ਼ਰੂਰ ਸੁਣਾ ਦਿੰਦੇ ਹਾਂ। ਦੇਖੋ, ਕ੍ਰਿਸ਼ੀ ਕਾਨੂੰਨ ਜਦੋਂ ਤੋਂ ਇਹ ਆਰਡੀਨੈਂਸ ਬਣ ਕੇ ਜੂਨ 3 ਤਰੀਕ ਦੇ 2020 ਚ ਸਰਕਾਰ ਨੇ ਜਿਸ ਦਿਨ ਤੋਂ ਆਰਡੀਨੈਂਸ ਲਾਗੂ ਕੀਤੀ ਹੈ, ਕੈਬਨਿਟ ਦੇ ਵਿੱਚ ਬਹਿ ਕੇ ਇਹਦਾ ਵਿਰੋਧ ਕੀਤਾ। ਹਰ ਵਾਰੀ ਹਰ ਲੈਵਲ ਦੇ ਲੀਡਰ, ਖੇਤੀਬਾੜੀ ਮੰਤਰੀ ਹੋ, ਪ੍ਰਧਾਨ ਮੰਤਰੀ ਹੋਏ, ਗ੍ਰਹਿ ਮੰਤਰੀ ਹੋਣ, ਡਿਫੈਂਸ ਮਿਨਿਸਟਰ, ਜਿੰਨੀ ਟੌਪ ਲੀਡਰ, ਹਰੇਕ ਦੇ ਕੋਲ ਜਾ ਕੇ ਆਪਣਾ ਵਿਰੋਧ ਜਤਾਇਆ। ਇਹਨਾਂ ਸਾਰਿਆਂ ਨੇ ਮੈਨੂੰ ਵਿਸ਼ਵਾਸ ਦਿਲਾਇਆ ਕਿ ਅਜੇ ਆਰਡੀਨੈਂਸ ਆਇਆ ਹੈਗਾ, ਜੇ ਇਹਦੇ ਵਿੱਚ ਕੋਈ ਖਾਮੀਆਂ ਲੱਗਦੀਆਂ ਨੇ ਤੁਸੀਂ ਜਾ ਕੇ ਇਹਦੇ ਬਾਰੇ ਕਿਸਾਨਾਂ ਨੂੰ ਦੱਸੋ ਕਿ ਕਿੰਨਾ ਫਾਇਦਾ ਕਰੂਗਾ। ਜੇ ਉਹਨਾਂ ਨੂੰ ਨਹੀਂ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਖਾਮੀਆਂ ਹੈਗੀ ਤਾਂ ਅਸੀਂ ਇਹਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਅਸੀਂ ਇਹਦਾ ਸੁਧਾਰ ਕਰਾਂਗੇ। ਸੋ ਆਪਾਂ ਉਸ ਕਰਕੇ ਕਿਸਾਨਾਂ ਨਾਲ ਗੱਲ ਕੀਤੀ ਤੇ ਮੰਤਰੀਆਂ ਨਾਲ ਵੀ ਗੱਲ ਕਰਾਈ, ਲੇਕਿਨ ਸਾਨੂੰ ਹੈਰਾਨੀ ਦੀ ਕੋਈ ਸੀਮਾ ਨਹੀਂ ਰਹੀ ਜਦ ਦੇਖਿਆ ਕਿ ਪਹਿਲੇ ਹੀ ਮੌਨਸੂਨ ਸਤਰ 'ਚ ਪਹਿਲਾ ਬਿੱਲ ਹੀ ਇਹ ਲੈ ਕੇ ਆਏ ਜਦ ਕਿਸਾਨਾਂ ਨਾਲ ਗੱਲਬਾਤ ਹੀ ਨਹੀਂ ਕੀਤੀ ਸੀ। ਸੋ ਪੂਰਾ ਸਖਤੀ ਦੇ ਨਾਲ ਵਿਰੋਧ ਜਤਾਇਆ, ਉਹਨਾਂ ਨੂੰ ਸਾਫ਼ ਤੌਰ 'ਤੇ ਅਲਟੀਮੇਟਮ ਦਿੱਤਾ ਤੇ ਫਿਰ ਜਦ ਇਹ ਕਾਂਗਰਸ ਪਾਰਟੀ ਜਿਨ੍ਹਾਂ ਦੀ ਸਭ ਤੋਂ ਵੱਡੀ ਗਿਣਤੀ ਸੀ, ਨਾ ਰਾਹੁਲ ਉੱਥੇ ਨਾ ਸੋਨੀਆ ਉੱਥੇ, ਪੰਜਾਬ ਦੇ ਜਿੰਨੇ ਕਾਂਗਰਸ ਦੇ ਲੀਡਰ ਵਾਕਆਊਟ ਕਰਕੇ ਪੂਰੇ ਸਰਕਾਰ ਦੀ ਮਦਦ ਇਹਨਾਂ ਨੇ ਕਰਤੀ ਬਿੱਲ ਪਾਸ ਕਰਾਉਣ 'ਚ। ਲੇਕਿਨ ਭਾਵੇਂ ਅਸੀਂ ਇਕੱਲੇ 2 ਬੰਦੇ ਸੀਗੇ, ड्रामा 1 नंबर का ड्रामा इनका यही कारण है कि इन्हां दा 1 नंबर का ड्रामा जिहदे करके अज किसान इन्हां नूं बर्दाश्त नहीं कर रहे। अपनी खिसकदी हुई ज़मीन नूं बचाउण दे वास्ते एक तो एक सरासर झूठ हरेक बंदा जानता है
ਕਿ ਪਾਰਲੀਮੈਂਟ ਦੇ ਦਰਵਾਜ਼ੇ 8:30 ਵਜੇ ਤਾਈਂ ਖੁੱਲੇ ਹੁੰਦੇ ਨੇ। 8 ਵਜੇ ਆਪਣਾ ਲਾਈਵ ਸਟ੍ਰੀਮ ਕਰਕੇ ਜਾ ਕੇ ਪੁੱਛ ਲਓ, ਨਹੀਂ ਤਾਂ ਮੈਂ ਰਿਕਾਰਡਿੰਗ ਤੁਹਾਨੂੰ ਦੇ ਦੇਣੀ। 8:15 ਵਜੇ ਤਾਂ ਬਾਹਰ ਵੀ ਨਿਕਲ ਗਏ ਸੀਗੇ। ਸੋ ਇਹ ਲੋਕਾਂ ਨੂੰ ਸਿਰਫ ਧਿਆਨ ਭਟਕਾਉਣ ਦਾ ਕੰਮ ਕਰਦੇ। ਕੋਈ ਪਾਰਲੀਮੈਂਟ 'ਚ ਜਾ ਕੇ ਪੁੱਛ ਲੇ, ਜੇ ਕਿ ਪਾਰਲੀਮੈਂਟ ਦੇ ਅੰਦਰ ਰਹਿੰਦੇ ਅੱਜ ਇੰਨੀ ਵੱਡੀ ਚਰਚਾ ਹੁੰਦੀ। ਲੇਕਿਨ ਕੱਲਾ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਅੰਦਰ ਬੈਠ ਕੇ ਆਪਣੀ ਇੱਕ ਦੂਜੇ ਦੀ ਫੋਟੋਆਂ ਖਿੱਚ ਕੇ बाहर मीडिया ਨੂੰ देख के तो फिर आपने घर जाके आराम नाल अपने बिस्तरे 'ਚ सौन वास्ते चले गए। हमारे बारे में कहा जाता है कि हम पार्लियामेंट हाउस को डिस्टर्ब कर रहे हैं। हम पार्लियामेंट हाउस को डिस्टर्ब नहीं कर रहे हैं। हम सिर्फ हमारी जो जिम्मेदारी है उसे पूरा करना चाहते हैं। और मैं सिर्फ एक कांग्रेस पार्टी का नेता नहीं बोल रहा हूं, हर एक पार्टी का नेता आपको यह बताएगा कि हम सिर्फ अपनी जिम्मेदारी पूरा करना चाह रहे हैं। ये जो हथियार है ये हिंदुस्तान के खिलाफ यूज किया गया है। इस हथियार को आतंकवादियों के खिलाफ प्रयोग करना चाहिए, देशद्रोहियों के खिलाफ प्रयोग करना चाहिए। हम नरेंद्र मोदी जी से, अमित शाह से ये पूछ रहे हैं कि आपने इस हथियार का प्रयोग हिंदुस्तान के लोकतांत्रिक इंस्टीट्यूशंस के खिलाफ क्यों किया? हिंदुस्तान के लोकतंत्र ने क्या किया है जो आपने इस हथियार को लोकतंत्र के खिलाफ यूज किया है? यह सवाल है। ਸੋ ਇਹ ਖਾਸ ਚਰਚਾਵਾਂ ਸੀ ਜਿਹੜੀਆਂ ਵੱਖ-ਵੱਖ ਮਸਲੇ ਦੇ ਉੱਤੇ ਕਰਨੀਆਂ ਸੀ। ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹਨਾਂ ਵੱਡੇ ਮਸਲਿਆਂ ਦੇ ਉੱਤੇ ਚਰਚਾ ਜਿਹੜੀ ਜਾਰੀ ਰੱਖਾਂਗੇ। ਫਿਲਹਾਲ ਦੇ ਲਈ ਇਜਾਜ਼ਤ। ਡੱਲਾ ਸਾਹਿਬ बहुत बहुत ਧੰਨਵਾਦ ਜੀ। बहुत धन्यवाद करेंगे। असल मुद्दा ये है कांग्रेस का भी, जो बेसिक इशू है उस पे उससे सारी इंटेंशन डाइवर्ट कैसे की जाए, उसके लिए उन्होंने एक नया नायक उभारने की कोशिश की है सिद्धू के रूप में। लेकिन मैं बड़ी जिम्मेवारी से आम आदमी पार्टी ये कहती है भी अब चाहे नवजोत सिद्धू बन जाएं, चाहे वो मुख्यमंत्री भी बन जाएं, पंजाब के लोग इनके जो गुमराह करने वाली रणनीति में उसमें नहीं आएंगे। पंजाब में जिस तरीके से कांग्रेस ने और अकालियों ने मिलकर लूट खसूट की है वो कच्चा चिट्ठा लोगों के सामने है और लोग इनको स्वीकार करने वाले नहीं है 2022 में। नहीं कोई लोग जो हमारे श्री मदन लाल जी MLA साहब ने, कनौर साहब ने कहा है, इसमें कोई दो रामा नहीं। आज मंत्रिमंडल में तब्दीली करने का समय नहीं है, आज तो काम करने का समय है। जो लोग काम करेंगे वो कामयाब हो जाएंगे, जो इधर उधर देखेंगे वो पीछे रह जाएंगे। इसलिए कोई मंत्रिमंडल में फेरबदल करने की लोड़ नहीं है। जो मेरी मर्जी मुताबिक, अगर सरकार जो चाहे, कैप्टन साहब कुछ चाहें तो मैं वो कुछ कह नहीं सकता। पहले हमारा प्रेसिडेंट चेंज हुआ, सिद्धू साहब प्रेसिडेंट बने। दलित की भी काफ़ी वोट है, जैसे जनरल की वोट है ना, दलित की भी 30-32% वोट है। जो जैसे अभी सुखबीर ने कहा मैं डिप्टी मुख्यमंत्री 2 बनाऊंगा, कि हिंदू बनाऊंगा, कि दलित बनाऊंगा। कांग्रेस को भी चाहिए कि दलित मुख्यमंत्री, डिप्टी मुख्यमंत्री बनाना। तो जैसे एक्टिंग प्रधान 4 लागे तो 2 डिप्टी मुख्यमंत्री लग जान, तो थोड़ा कम्युनिटी में जो SC कम्युनिटी है या BC कम्युनिटी है या हिंदू कम्युनिटी है, इसमें थोड़ी ताकत तो पकड़ते हैं ना, होनी चाहिए। मैं तो कहूँगा बिल्कुल होनी चाहिए। ਇਹ ਤਾਂ ਜੀ ਹਾਈ ਕਮਾਂਡ ਦਾ ਫੈਸਲਾ ਜੀ। ਜਿਹੜੀ ਸ਼ਕਲ ਦੀ ਗੱਲ ਕਰਦੇ ਹੋ, ਇਹ ਤਾਂ ਹਾਈ ਕਮਾਂਡ ਨੇ ਫੈਸਲਾ ਕਰਨਾ ਵੀ ਜਿਹਦੀ ਸਿਕਿਉਰਿਟੀ ਬਣਦੀ ਹੈ, ਕਿਹਦਾ ਇਹ ਹੱਕ ਬਣਦਾ, ਉਹ ਹਾਈ ਕਮਾਂਡ ਜਾਣੂਗੀ ਸਾਰੀ ਗੱਲ। तो आपको वैसे ठीक लगता है कि जो सिद्धू साहब के साथ खड़े हैं उनकी छुट्टी हो जाए कैबिनेट से? नहीं, ऐसा कोई बात नहीं। ये पूरी कांग्रेस इकट्ठी है, सिद्धू साहब भी इकट्ठे है, तो कैप्टन अमरिंदर सिंह भी इकट्ठे ने, क्योंकि तुम स्टेज ते देख ही लिया कि सारे इकट्ठे ही ने। तो सारी जी अज लड़ाई चल रही है वो 2020 जी आप 22 चोण आनी है वो किमें जितनी है, ਅਸੀਂ ਉਹਦਾ ਸਾਰਾ प्लान बना रहे। तो कैबिनेट में रीशफलिंग हो रही है, ऐसी कोई खबरें हैं आपकी जानकारी में है साहब? तो ये मेरी कोई नॉलेज नहीं। पंजाब के SC छात्रा वास्ते श्री नरेंद्र मोदी जी ने करोड़ा रुपए पोस्ट मैट्रिक स्कॉलरशिप वास्ते भेजे। मैं 8 नवंबर 2020 ਨੂੰ डिमांड की सी CBI इंक्वायरी ਦੀ। ਅੱਜ CBI ਦੇ एंटी करप्शन ब्रांच ने पोस्ट मैट्रिक स्कॉलरशिप का सारा रिकॉर्ड मंगाया। पंजाब के छात्रों को इंसाफ दिलाने की पहल हुई है, क्योंकि पंजाब की कैप्टन अमरिंदर सिंह की सरकार ने पहले ही झूठी क्लीन चिट देती सी। 300 करोड़ का घोटाला होया, कैप्टन अमरिंदर सिंह जी ने क्लीन चिट देती सी। हुण तथ्यां नूं देखते हुए CBI ने सारा रिकॉर्ड पंजाब सरकार को मंगया, सच सामने आया है।
ਕਿਨੌਨਾ ਚਿਹਰਾ ਸਾਹਮਣੇ ਆਇਆ ਐਸੀ ਗਰੀਬ ਛਾਤਰਾ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਚਿਹਰਾ ਸਾਹਮਣੇ ਆਇਆ ਔਰ ਸੀਬੀਆਈ ਜਾਂਚ ਕਰੇਗੀ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਔਰ ਜਿਨ੍ਹਾਂ ਲੋਕਾਂ ਨੇ ਐਸੀ ਭਾਈਚਾਰੇ ਦੇ ਗਰੀਬ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰਨ ਦਾ ਪ੍ਰਯਾਸ ਕੀਤਾ ਉਹ ਜੇਲ੍ਹ ਜਾਣਗੇ। ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਐਸੀ ਭਾਈਚਾਰੇ ਦੀ ਲੜਾਈ ਲੜਦੀ ਰਹੀ ਹੈ ਔਰ ਇਹ ਵੀ ਲੜਾਈ ਲੜੇਗੀ ਔਰ ਐਸੀ ਭਾਈਚਾਰੇ ਨੂੰ ਬੰਦਾ ਮਾਨ ਸਨਮਾਨ ਉਹਨਾਂ ਦਾ ਅਧਿਕਾਰ ਚਾਹੇ ਸੱਤਾ ਦੇ ਗਲਿਆਰੇ 'ਚ ਹੋਵੇ ਚਾਹੇ ਸਮਾਜ 'ਚ ਹੋਵੇ, ਭਾਰਤੀ ਜਨਤਾ ਪਾਰਟੀ ਉਹਦੇ ਪ੍ਰਹਿਰੀ ਦੀ ਭੂਮਿਕਾ ਅਦਾ ਕਰਦੀ ਰਹੀ।